ਸ਼੍ਰੀ ਵਾਹਿਗੁਰੂ ਜੀ। ਹਰਿ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ, ਕਰਮ ਲਖਨ ਤੇ ਪਾਈਏ। ਇਹ ਰੁੱਤ ਸਹਾਈ, ਬਾਣ ਤਿਰ ਤਿਰ ਗੁਣ ਮੋਲਿਆ, ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੇ, ਲੱਥੀ ਸਭ ਛਾਈ। ਨਾਨਕ ਸਿਮਰੇ ਏਕ ਨਾਮ, ਫਿਰ ਬੌੜ ਨਾ ਧਾਈ। ਜੈ ਕੁਲ ਸਾਧ ਬੈਸਨ ਹੋਏ, ਬਰਨ ਅਬਰਨ ਰੰਕ ਨੀ ਈਸਰ। ਬਿੰਬਲ ਬਾਸ ਜਾਨੀਏ ਜਗ ਸੋਏ। ਰਾਉ ਖੱਤਰੀ ਬੈਸ ਸੂਦ ਅਰ, ਬ੍ਰਾਹਮਣ ਬੈਸ ਸੂਦ ਅਰ। ਖੱਤਰੀ ਡੋਮ ਚੰਡਾਰ ਮਲੇਸ਼ ਮਨ ਸੋਏ। ਹੋਏ ਪਨੀਤ ਭਗਵੰਤ ਭਜਨ ਤੇ, ਆਪ ਤਾਰ ਤਾਰੇ ਕੁਲ ਦੋਏ। ਧਨ ਸੋ ਗਾਓ ਧਨ ਸੋ ਠਾਓ, ਧਨ ਪਨੀਤ ਕੁਟੰਬ ਸਭ ਲੋਏ। ਜਿਨ ਪੀਆ ਸਾਰ ਰਸ, ਤਜੇ ਅਨ ਰਸ। ਹੋਏ ਰਸ ਮਗਨ ਡਾਰੇ ਬਿਖ ਖੋਏ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਹੀਂ ਕੋਏ। ਜੈਸੇ ਪ੍ਰਾਣ ਪਾਤ ਜਲ ਰਹਿ, ਜਲ ਸਮੀਪ ਰਹੇ। ਭਨ ਰਵਿਦਾਸ ਜਨਮੇ ਜਗ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਜਨਮ ਦਿਹਾੜਾ 2 ਦਿਨ ਪਹਿਲਾਂ ਲੰਘ ਕੇ ਗਿਆ। ਉਹਨਾਂ ਦੇ ਜੀਵਨ ਉੱਤੇ ਥੋੜ੍ਹੀ ਜਿਹੀ ਗੁਰਮਤਿ ਵਿਚਾਰਾਂ ਆਪਾਂ ਕਰਨੀਆਂ ਨੇ ਕਿ ਬਾਬਾ ਦੀਪ ਸਿੰਘ ਜੀ ਦਾ ਜਿਹੜੀ ਜਨਮ ਭੂਮੀ ਆ, ਜਨਮ ਸਥਾਨ ਹੈ, ਉਹ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਾਹੂਵਿੰਡ ਦਾ ਹੈ, ਜੋ ਭਿੱਖੀਵਿੰਡ ਇਲਾਕੇ 'ਚ ਪੈਂਦਾ ਹੈ। ਇਹ ਫਿਰ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਧਾਰਮਿਕ ਬਿਰਤੀ ਦੇ ਹੋਣ ਕਰਕੇ ਤੇ ਇਹ ਫਿਰ ਇਹਨਾਂ ਦੇ ਮਾਤਾ ਪਿਤਾ ਜੀ ਇਹਨਾਂ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਉਣ ਵਾਸਤੇ ਲੈ ਕੇ ਆਉਂਦੇ ਨੇ, ਕਿਉਂਕਿ ਮਾਤਾ ਪਿਤਾ ਦਾ ਬੜਾ ਰੋਲ ਬੜਾ ਅਸਰ ਹੁੰਦਾ ਬੱਚਿਆਂ ਦੇ ਜੀਵਨ ਉੱਤੇ। ਜਾਂ ਕਹਿ ਲਓ ਜਿਹੜਾ ਸਾਡਾ ਮਨੁੱਖੀ ਮਨ ਹੈ, ਇਹ ਉਹੀ ਕੁਛ ਕਰਦਾ ਜੋ ਇਹਨੇ ਕੁਝ ਵੇਖਿਆ ਹੁੰਦਾ ਹੈ, ਬਸ ਉਹੀ ਕੁਛ ਕਰਨ ਲੱਗ ਪੈਂਦਾ ਹੈ। ਜਿੱਦਾਂ ਭਗਤ ਕਬੀਰ ਸਾਹਿਬ ਨੇ ਕਿਹਾ ਨਾ ਕਿ ਗੰਗਾ ਕੇ ਸੰਗ ਸਰਤਾ ਬਿਗਰੀ, ਸੋ ਸਰਤਾ ਗੰਗਾ ਹੋਏ ਨੇ ਬਰੀ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਪਇਓ ਅਨ ਕਤੇ ਨ ਜਾਹੀ। ਚੰਦਨ ਕੇ ਸੰਗ ਤਰਵਰ ਬਿਗੜਿਓ, ਸੋ ਤਰਵਰ ਚੰਦਨ ਹੋਏ ਨਿਬਰਿਓ।
ਸੰਤੇ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੇ ਹੋਏ ਨੇ ਬਰਿਓ। ਕਬੀਰ ਸਾਹਿਬ ਕਹਿੰਦੇ ਨੇ ਕਿ ਜਿਸ ਤਰ੍ਹਾਂ ਛੋਟੀ ਨਦੀ ਨਾਲਾ ਕੋਈ ਗੰਗਾ 'ਚ ਪੈ ਜਾਂਦਾ ਤੇ ਉਹ ਗੰਗਾ ਦਾ ਰੂਪ ਹੋ ਜਾਂਦਾ ਹੈ। ਗੰਗਾ ਕੇ ਸੰਗ ਸਰਤਾ ਬਿਗਰੀ। ਕਬੀਰ ਸਾਹਿਬ ਕਹਿੰਦੇ ਲੋਕੀ ਮੈਨੂੰ ਕਹਿੰਦੇ ਕਿ ਕਬੀਰ ਵਿਗੜਿਆ ਹੈ, ਤੇ ਕਹਿੰਦੇ ਮੈਂ ਨਹੀਂ ਵਿਗੜਿਆ, ਕੋਈ ਹੋਰ ਵੀ ਵਿਗੜੇ ਪਏ ਨੇ। ਜਿਹੜਾ ਬਹੁਤਾ ਮਾਲਾ ਫੇਰਨ ਲੱਗ ਪਏ, ਗੁਰਦੁਆਰੇ ਆਉਣ ਲੱਗ ਪਵੇ, ਤੇ ਕੋਈ ਸੰਸਾਰੀ ਪੱਖ ਵੱਲ ਬਹੁਤਾ ਧਿਆਨ ਨਾ ਦੇਵੇ, ਘਰ ਦੇ ਨੂੰ ਕਹਿੰਦੇ ਵਿਗੜ ਗਿਆ। ਏਦਾਂ ਕਬੀਰ ਸਾਹਿਬ ਨੂੰ ਕਹਿੰਦੇ ਕਬੀਰ ਵਿਗੜ ਗਿਆ। ਤੇ ਕਬੀਰ ਸਾਹਿਬ ਕਹਿੰਦੇ ਵੇਖੋ ਵਿਗੜਨ ਦਾ ਕੀ ਹੁੰਦਾ ਹੈ। ਜਿਹਦੇ ਨਾਲ ਕੋਈ ਜੁੜ ਜਾਂਦਾ ਹੈ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਹੈ। ਗੰਗਾ ਕੇ ਸੰਗ ਸਰਤਾ ਬਿਗਰੀ। ਗੰਗਾ ਨਦੀ ਦੇ ਨਾਲ ਸਰਤਾ ਛੋਟੇ ਨਾਲੇ ਜਦੋਂ ਆਣ ਕੇ ਪੈਂਦੇ ਨੇ ਤਾਂ ਮੁੜ ਕੇ ਛੋਟੇ ਨਾਲੇ ਨਹੀਂ ਰਹਿੰਦੇ, ਉਹ ਗੰਗਾ ਦਾ ਰੂਪ ਹੋ ਕੇ ਵਹਿੰਦੇ। ਬਿਗਰਿਓ ਕਬੀਰਾ, ਚੰਦਨ ਕੇ ਸੰਗ ਤਰਵਰ ਬਿਗਰਿਓ। ਚੰਦਨ ਦਾ ਇੱਕ ਰੁੱਖ ਹੁੰਦਾ ਹੈ, ਉਹਦੇ ਨਾਲ ਜਿਹੜੇ ਬਾਕੀ ਰੁੱਖ ਹੁੰਦੇ ਨੇ ਉਹਨਾਂ ਨੂੰ ਵੀ ਸੁਗੰਧੀ ਆ ਜਾਂਦੀ ਹੈ। ਕਬੀਰ ਨੇ ਇਹ ਉਦਾਹਰਨ ਦਿੱਤੀ ਹੈ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ। ਮੈਂ ਕਹਿ ਰਿਹਾ ਸੀ ਸਾਡਾ ਇੱਕ ਮਨੁੱਖੀ ਸੁਭਾਅ ਹੈ ਵੀ ਜੋ ਕੁਛ ਸਾਡੇ ਸਾਹਮਣੇ ਹੁੰਦਾ ਹੈ ਅਸੀਂ ਉਹ ਮੁੜ ਕੇ ਕਰਨਾ ਹੁੰਦਾ ਹੈ। ਜੇ ਕਿਸੇ ਦਾ ਪਹਿਰਾਵਾ ਅਸੀਂ ਵੇਖ ਲਿਆ ਤੇ ਅਸੀਂ ਉਸ ਤਰ੍ਹਾਂ ਦਾ ਪਹਿਰਾਵਾ ਪਾਉਣਾ ਹੈ। ਜੇ ਅਸੀਂ ਕਿਸੇ ਨੂੰ ਕਿਸੇ ਤਰੀਕੇ ਦਾ ਖਾਣ ਦਾ ਵੇਖ ਲਿਆ ਤੇ ਅਸੀਂ ਉਸ ਤਰ੍ਹਾਂ ਦੀ ਕੋਸ਼ਿਸ਼ ਕਰਨੀ ਮੈਂ ਵੀ ਉਹ ਚੀਜ਼ ਖਾਵਾਂ। ਇਹ ਮਨੁੱਖੀ ਸੁਭਾਅ ਹੈ, ਕਿਉਂਕਿ ਮਨੁੱਖੀ ਮਨ ਜਿਹੜਾ ਇਹਦਾ ਆਪਣਾ ਰੰਗ ਕੋਈ ਨਹੀਂ, ਇਹ ਦੁਨੀਆ ਦੇ ਰੰਗ ਕਬੂਲਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਚੰਦਨ ਕਾ ਬਿਰਵਾ ਭਲਾ। ਅੱਜ ਕਹਿੰਦੇ ਕਿ ਸੰਸਾਰ ਬੜਾ ਵਿਗੜ ਗਿਆ, ਆਉਣ ਵਾਲੀਆਂ ਨਸਲਾਂ ਬਰਬਾਦ ਹੋ ਗਈਆਂ, ਧਰਮ ਛੱਡ ਗਈਆਂ, ਗੁਰਦੁਆਰੇ ਨਹੀਂ ਵੜਦੀਆਂ, ਸੰਸਾਰ ਜੋ ਵਿਗੜ ਗਿਆ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਉਹ ਕਹਾਣੀ ਵੀ ਪਾਉਂਦੇ ਹੁੰਦੇ ਆ, ਗਾਥਾ ਵੀ ਸੁਣਾਉਂਦੇ ਹੁੰਦੇ ਆ ਵੀ ਇੱਕ ਵੱਲ ਵਾ, ਵੇਲ ਵਾ, ਜੇ ਉਹਨੂੰ ਰੁੱਖ ਦੇ ਮੁੱਢ ਲਾਗੇ ਲਾ ਦਿਓ ਤੇ ਰੁੱਖ ਦੇ ਉੱਪਰ ਚੜ ਜਾਂਦੀ ਹੈ। ਜੇ ਉਸੇ ਵੇਲ ਨੂੰ ਤੁਸੀਂ ਖੂਹ ਦੇ ਕਿਨਾਰੇ ਤੇ ਲਾ ਦਿਓ ਤੇ ਵੇਲ ਠਾਹ ਨੂੰ ਉਤਰ ਜਾਂਦੀ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਚੰਦਨ ਕੇ ਸੰਗ ਤਰਵਰ ਬਿਗਰਿਓ। ਮੈਂ ਕਹਿ ਰਿਹਾ ਸੀ ਕਿ ਜਿਹੜੇ ਬੰਦਾ ਬਹੁਤਾ ਪਾਠ ਪੂਜਾ ਕਰਨ ਲੱਗ ਪਏ ਨਾ ਤੇ ਦੁਨਿਆਵੀ ਕੰਮਾਂ ਵੱਲ ਧਿਆਨ ਘੱਟ ਦੇਵੇ ਤੇ ਪਹਿਲਾਂ ਘਰ ਦੇ ਹੀ ਕਹਿਣਗੇ ਵੀ ਇਹ ਵਿਗੜ ਗਿਆ ਹੈ, ਇਹ ਵਿਗੜ ਗਿਆ ਹੈ। ਤੇ ਕਬੀਰ ਸਾਹਿਬ ਕਹਿੰਦੇ ਮੈਂ ਇਕੱਲਾ ਨਹੀਂ ਵਿਗੜਿਆ, ਬਿਗੜਿਓ ਕਬੀਰਾ, ਮੈਂ ਨਹੀਂ ਵਿਗੜਿਆ, ਜਿਹੜੇ ਮੇਰੇ ਤੋਂ ਇਲਾਵਾ ਵੀ ਵਿਗੜੇ ਨੇ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ। ਚੰਦਨ ਕੇ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੇ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਤੇ ਸੰਤਨ ਸੰਗ ਕਬੀਰਾ ਬਿਗਰਿਓ,
ਕਬੀਰ ਸਾਹਿਬ ਕਹਿੰਦੇ ਮੈਂ ਵਿਗੜ ਗਿਆ ਭਾਈ। ਕਿਹਦੇ ਨਾਲ ਵਿਗੜੇ ਹੋ ਤੁਸੀਂ? ਕਿਉਂਕਿ ਮਨੁੱਖ ਦੇ ਖਾਣੇ ਤੋਂ ਪਤਾ ਲੱਗ ਜਾਂਦਾ ਮਨੁੱਖ ਕੀ ਹੈ। ਜੇ ਕਿਸੇ ਮਨੁੱਖ ਦੀ ਤਸਵੀਰ ਵੇਖਣੀ ਹੋਵੇ ਨਾ ਅੰਦਰ ਦੀ, ਵੀ ਮਨੁੱਖ ਕੀ ਹੈ ਅੰਦਰੋਂ, ਬਾਹਰੋਂ ਨਹੀਂ, ਅੰਦਰੋਂ ਮਨੁੱਖ ਕੀ ਹੈ, ਤੇ ਉਹਦੇ ਖਾਣੇ ਤੋਂ ਪਤਾ ਲੱਗ ਜਾਣਾ ਵੀ ਖਾਂਦਾ ਕੀ ਆ। ਖਾਣੇ ਤੋਂ ਪਤਾ ਲੱਗ ਜਾਣਾ ਅੰਦਰ ਦੀ ਤਸਵੀਰ ਦਾ ਵੀ ਬੰਦਾ ਕੀ ਆ। ਮਨੁੱਖ ਪੀਂਦਾ ਕੀ ਹੈ, ਮਨੁੱਖ ਦੀ ਅੰਦਰਲੀ ਤਸਵੀਰ ਵੇਖਣੀ ਹੋਵੇ ਮਨੁੱਖ ਕੀ ਹੈ, ਉਹ ਪੀਂਦਾ ਕੀ ਹੈ। ਸ਼ਰਾਬ ਪੀਂਦਾ ਹੈ, ਨਸ਼ਾ ਪੀਂਦਾ ਹੈ, ਅੰਮ੍ਰਿਤ ਪੀਂਦਾ ਹੈ, ਕੀ ਪੀਂਦਾ ਹੈ, ਉਹਦੀ ਅੰਦਰ ਦੀ ਤਸਵੀਰ ਉਹਦੇ ਪੀਣ ਤੋਂ ਪਤਾ ਲੱਗਣੀ ਤਸਵੀਰ ਹੀ ਬਣਦਾ ਕੀ ਹੈ। ਸਿੱਖ ਸਾਧੀ ਨੇ ਆਖਿਆ ਨਾ ਕਿ ਬੰਦੇ ਦੀ ਪਹਿਚਾਣ ਉਹਦੀ ਸਭਾ ਤੋਂ ਹੁੰਦੀ ਹੈ, ਤੇ ਸਭਾ ਤੋਂ ਹੀ ਸੁਭਾਅ ਬਣਦਾ ਹੈ। ਜਿੱਦਾਂ ਦੀ ਸਭਾ 'ਚ ਕੋਈ ਬੈਠੇਗਾ ਉਸ ਤਰ੍ਹਾਂ ਦਾ ਹੀ ਉਹਦਾ ਸੁਭਾਅ ਹੋ ਜਾਵੇਗਾ। ਬੰਦੇ ਦੀ ਪਰਖ ਉਹਦੀ ਸਭਾ ਤੋਂ ਵੀ ਇਹ ਕਿਸ ਬੰਦੇ ਨਾਲ ਰਹਿੰਦਾ ਹੈ, ਕਿਸ ਬੰਦੇ ਨਾਲ ਬਹਿੰਦਾ ਹੈ, ਕਿਸ ਬੰਦੇ ਨਾਲ ਬੋਲਦਾ ਹੈ। ਬਸ ਜਿਸ ਦੇ ਨਾਲ ਬਹਿੰਦਾ ਹੈ ਬਸ ਇਹ ਉਹੀ ਹੈ। ਕੋਈ 100 ਬੰਦਾ ਆਪਣੇ ਪਰਦੇ ਪਾਉਣ ਦੀ ਕੋਸ਼ਿਸ਼ ਕਰੇ, ਪਰ ਲੋਕਾਂ ਨੂੰ ਪਤਾ ਹੈ ਫਲਾਣੇ ਬੰਦੇ ਕੋਲ ਜਾਂਦਾ ਤੇ ਫਲਾਣਾ ਬੰਦਾ ਨਸ਼ੇੜੀ ਹੈ, ਇਹ ਨਸ਼ੇੜੀ ਹੈ ਵੀ ਹੈ। ਇਹ ਠੀਕ ਹੈ, ਪਤਾ ਨਹੀਂ ਲੱਗਣ ਦਿੰਦਾ ਸਾਨੂੰ ਨਸ਼ੇ ਦਾ, ਪਰ ਬਹਿੰਦਾ ਨਸ਼ੇੜੀ ਦੇ ਕੋਲ ਇਸ ਤਰ੍ਹਾਂ ਵਾਲਾ ਨਸ਼ੇੜੀ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਬਿਗੜਿਓ ਕਬੀਰਾ ਰਾਮ ਦੁਹਾਈ। ਕਬੀਰ ਸਾਹਿਬ ਨੇ ਮੈਂ ਵੀ ਵਿਗੜ ਗਿਆ ਹੈ। ਤੇ ਕਬੀਰ ਸਾਹਿਬ ਕਿਹਦੇ ਨਾਲ ਵਿਗੜੇ ਨੇ? ਸੰਤਨ ਸੰਗ ਕਬੀਰਾ ਬਿਗੜਿਓ। ਮੈਂ ਸੰਤਾਂ ਨਾਲ ਵਿਗੜਿਆ ਵਾਂ, ਮੈਂ ਸੰਤਾਂ ਨਾਲ ਬਹਿਨਾ, ਮੈਂ ਸੰਤਾਂ ਦੇ ਨਾਲ ਰਹਿਣਾ ਹੈ, ਮੈਂ ਉਹਨਾਂ ਵਾਲਾ ਖਾਣਾ ਖਾਣਾ ਹੈ, ਮੈਂ ਉਹਨਾਂ ਦੀ ਬੋਲੀ ਬੋਲਦਾ ਹੈ, ਮੈਂ ਉਹਨਾਂ ਦੇ ਨਾਲ ਰਹਿੰਦਾ ਹੈ। ਤੇ ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰਾ ਰਾਮੇ ਹੋਏ ਨਿਬਰਿਓ। ਮੈਂ ਰਾਮ ਹੋ ਗਿਆ ਹੁਣ, ਮੇਰੇ ਤੇ ਰਾਮ ਵਿੱਚ ਕੋਈ ਫਰਕ ਨਹੀਂ ਹੈ। ਜਿੱਦਾਂ ਕਿਹਾ ਸੀ ਨਾ ਕਿ ਅਬ ਤੋ ਜਾਏ ਚੜੇ ਸੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਣੀ। ਕਬੀਰ ਸਿੰਘ ਕਹਿੰਦੇ ਮੇਰੇ ਤੇ ਰਾਮ 'ਚ ਕੋਈ ਫਰਕ ਨਹੀਂ ਹੈ, ਹੁਣ ਮੈਂ ਰਾਮ ਹਾਂ। जब आपा पर का मिट गया जत देखो तत तू, जब हम होते तब तू नाही, अब तू ही मैं नाही। दो नहीं होने, ਜਾਂ ਤੇ ਉਹ ਆ ਤੇ ਮੈਂ ਨਹੀਂ ਆ, ਜੇ ਮੈਂ ਵਾ ਤੇ ਉਹ ਨਹੀਂ ਹੈ। जब हम होते तब तू नाही, अब तू ही मैं नाही। ਸੂਰਜ ਚੜ ਗਿਆ, ਅਸੀਂ ਇਸ ਨੂੰ ਰਾਤ ਨਹੀਂ ਕਹਿ ਸਕਦੇ, ਤੇ ਰਾਤ ਪੈ ਗਈ ਆ ਤੇ ਅਸੀਂ ਉਸ ਨੂੰ ਦਿਨ ਨਹੀਂ ਕਹਿ ਸਕਦੇ। ਉਹ ਰਾਤ ਵਾ, ਰਾਤ ਰਾਤ ਹੁੰਦੀ ਆ, ਦਿਨ ਦਿਨ ਹੁੰਦਾ ਹੈ, ਮੈਂ ਹੁੰਦੀ ਆ, ਤੂੰ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ ਮੈਂ ਤੂੰ ਦਾ ਸਫ਼ਰ ਹੈ ਧਰਮ ਦਾ ਸਾਰਾ। ਤੇ ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰਾ ਰਾਮੇ ਹੋਏ ਨਿਬਰਿਓ। ਮੈਂ ਰਾਮ ਦਾ ਰੂਪ ਹੋ ਨਿਬਰਿਆ। ਇਸ ਕਰਕੇ ਇਹ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ, ਉਹਨਾਂ ਦੇ ਮਾਤਾ ਪਿਤਾ ਧਾਰਮਿਕ ਸਨ, ਧਾਰਮਿਕ ਰੁਚੀਆਂ ਰੱਖਦੇ ਸਨ। ਤੇ
ਬੱਚੇ ਨੂੰ ਲੈ ਕੇ ਆਨੰਦਪੁਰ ਸਾਹਿਬ ਜਾਣਾ। ਤੇ ਬਾਬਾ ਜੀ ਦਾ ਪਹਿਲਾ ਨਾਂ ਦੀਪਾ ਹੈ। ਉਦੋਂ ਸਿੰਘ ਨਹੀਂ ਸੀ ਹੁੰਦੇ। ਸਿੰਘ ਨਾਮ ਤੇ 10ਵੇਂ ਪਾਤਸ਼ਾਹ ਨੇ ਦਿੱਤਾ ਨਾ। ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਿਹੜਾ ਜਾਂਦਾ ਸੀ ਨਾ ਆਨੰਦਪੁਰ ਸਾਹਿਬ, ਤੇ ਸਭ ਤੋਂ ਪਹਿਲਾਂ ਮਹਾਰਾਜ ਉਹਨੂੰ ਬਚਨ ਕਰਦੇ ਸੀ, ਭਾਈ ਅੰਮ੍ਰਿਤ ਛਕ। ਇਹ ਸਭ ਤੋਂ ਪਹਿਲਾ ਹੁਕਮ ਸੀ ਕਲਗੀਧਰ ਦਾ ਕਿ ਖੰਡੇ ਦੀ ਪੌਲ ਛਕੋ। ਤੇ ਜੇ ਕੋਈ ਕਹਿੰਦਾ ਸੀ ਮਹਾਰਾਜ ਮੈਂ ਚਰਨ ਪੌਲ ਲਈ ਹੋਈ ਹੈ, ਕਹਿਣ ਲੱਗੇ ਨਾ, ਚਰਨ ਪੌਲ ਖਤਮ ਕਰਕੇ ਅਸੀਂ ਖੰਡੇ ਦੀ ਚਰਨਾ ਅੰਮ੍ਰਿਤ ਨੂੰ ਖਤਮ ਕਰਕੇ ਅਸੀਂ ਖੰਡੇ ਦੀ ਪੌਲ ਤਿਆਰ ਕੀਤੀ ਹੋਈ ਹੈ, ਉਹ ਛਕੋ ਤੁਸੀਂ। ਇਹ ਫਿਰ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਲਗੀਧਰ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਖੰਡੇ ਦੀ ਪੌਲ ਛਕੀ ਤੇ ਨਾਂ ਰੱਖਿਆ ਗਿਆ ਦੀਪਾ ਤੋਂ ਦੀਪ ਸਿੰਘ। ਤੇ ਜਦੋਂ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਜਾਂਦੇ ਨੇ, ਕਿਉਂਕਿ ਬਾਬਾ ਜੀ ਦੀ ਉਮਰ ਅਜੇ ਛੋਟੀ ਹੈ, 80-81 ਦੇ ਲਾਗੇ ਦਾ ਜਨਮ ਹੈ। ਤੇ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਅਜੇ ਬਾਬਾ ਦੀਪ ਸਿੰਘ ਛੋਟੀ ਬੱਚੇ ਵਾਸਤੇ ਛੋਟੀ ਅਵਸਥਾ ਦੇ ਸਨ। ਇਹ ਫਿਰ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜਦੋਂ 1704 ਦੇ ਵਿੱਚ ਕਿਲ੍ਹਾ ਛੱਡ ਕੇ ਮਾਛੀਵਾੜੇ ਥਾਣੀ ਹੁੰਦਿਆਂ ਹੋਇਆਂ ਆਲਮਗੀਰ ਤੋਂ ਫਿਰ ਗਾਂ ਦੀਨੇ ਕਾਂਗੜ ਤੋਂ ਜੈਤੋਂ ਤੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਰਾਮੇਆਣਾ ਤੋਂ ਹੁੰਦਿਆਂ ਆਇਆ ਮੁਕਤਸਰ ਸਾਹਿਬ ਦੀ ਧਰਤੀ ਤੇ ਜੰਗ ਕਰਦੇ ਨੇ ਜਿਹੜਾ। ਉਸ ਤੋਂ 12 ਫਿਰ ਸੱਚੇ ਪਾਤਸ਼ਾਹ ਜਾ ਕੇ ਸਾਬੋ ਕੀ ਤਲਵੰਡੀ ਕਮਰ ਕੱਸਾ ਖੋਲਦੇ ਨੇ ਤੇ ਦਮ ਲੈਂਦੇ ਨੇ ਉੱਤੇ। ਉਸ ਗੁਰਦੁਆਰਾ ਨਾਮ ਦਮਦਮਾ ਸਾਹਿਬ। ਜਦੋਂ ਕਲਗੀਧਰ ਸੱਚੇ ਪਾਤਸ਼ਾਹ 1 ਸਾਲ ਦਮਦਮਾ ਸਾਹਿਬ ਰਹਿੰਦੇ ਨੇ ਤੇ ਧੰਨ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਚੱਲ ਕੇ ਸਾਬੋ ਕੀ ਤਲਵੰਡੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਸ਼ਨ ਕਰਨ ਜਾਂਦੇ ਨੇ। ਨਾਲ ਮਾਤਾ ਪਿਤਾ ਜੀ ਨੇ, ਨਾਲ ਬਾਬਾ ਦੀਪ ਸਿੰਘ ਜੀ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉੱਥੇ ਮੁਕਾਮ ਕਰਦੇ ਨੇ, 1 ਸਾਲ ਦਮਦਮਾ ਸਾਹਿਬ ਰਹਿੰਦੇ ਨੇ। ਇਹ ਫਿਰ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੇ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਦੀਪ ਸਿੰਘ ਨੂੰ ਪੱਕੇ ਤੌਰ ਤੇ ਉਹਨਾਂ ਦਾ ਮਾਤਾ ਤੇ ਪਿਤਾ ਜੀ ਛੱਡ ਆਉਂਦੇ ਨੇ। ਕਿਉਂਕਿ ਅੱਜ ਅਸੀਂ ਗੁਰੂ ਨੂੰ ਸਮਰਪਿਤ ਨਹੀਂ ਹੁੰਦੇ। ਅਸੀਂ ਬਸ ਮੱਥਾ ਟੇਕ ਕੇ ਤੇ ਪਰਿਕਰਮਾ ਕਰਕੇ ਤੇ ਗੁਰਦੁਆਰੇ ਤੋਂ ਬਾਹਰ ਨਿਕਲ ਜਾਂਦੇ ਹਾਂ। ਇੱਦਾਂ ਗੱਲ ਨਹੀਂ ਬਣਦੀ ਵੀ ਮੱਥਾ ਟੇਕਿਆ ਤੇ ਬਸ ਪਰਿਕਰਮਾ ਕੀਤੀਆਂ ਤੇ ਗੁਰਦੁਆਰੇ ਤੋਂ ਬਾਹਰ ਹੋ ਗਏ। ਮੈਂ ਕੱਲ ਵੀ ਕਿਸੇ ਨੂੰ ਕਹਿ ਰਿਹਾ ਸੀ ਕਿ ਪਹਿਲਾਂ ਸਾਡੀ ਕੌਮ 'ਚ ਬ੍ਰਹਮ ਗਿਆਨੀ ਸੰਤ ਬੜੇ ਹੁੰਦੇ ਸੀ ਪੁਰਾਤਨ, ਅੱਜ ਕੱਲ੍ਹ ਕਿਉਂ ਨਹੀਂ ਹੈ? ਤੇ ਉਹ ਜਿਹੜੇ ਬ੍ਰਹਮ ਗਿਆਨੀ ਹੁੰਦੇ ਸੀ ਉਹ ਕਥਾ ਨਹੀਂ ਸੀ ਕਰਦੇ ਹੁੰਦੇ। ਉਹ ਜਿਹੜੇ ਬ੍ਰਹਮ ਗਿਆਨੀ ਸੀ ਉਹ ਕੀਰਤਨ ਨਹੀਂ ਸੀ ਕਰਦੇ ਹੁੰਦੇ। ਨਾ ਅੱਜ ਹੀ ਸਾਡੀ ਕੌਮ 'ਚ ਕਿੰਨੇ ਕੀਰਤਨੀਏ ਨੇ, ਕਿੰਨੇ ਕਥਾਵਾਚਕ ਨੇ, ਬ੍ਰਹਮ ਗਿਆਨੀ ਤੇ ਕੋਈ ਵੀ ਨਹੀਂ ਹੈ। ਇਹ ਜਿਹੜੇ ਕਥਾ ਪਏ ਕਰਦੇ ਨੇ ਨਾ, ਇਹ ਤੇ ਪੈਸਾ ਕਮਾਉਣ ਵਾਸਤੇ ਆਏ ਵੀ ਪੈਸਾ ਕਮਾਵਾਂ, ਕਥਾ ਕਰਾਂਗੇ ਤੇ ਪੈਸਾ ਕਮਾਵਾਂਗੇ। ਇਹ ਤੇ ਗੁਰੂ ਨੂੰ ਵੇਚਦੇ ਨੇ ਪੰਡਤ। ਇਹਨਾਂ ਨੂੰ ਗਿਆਨੀ ਕਹਿੰਦੇ ਆ, ਪੰਡਤ ਕਹਿੰਦੇ ਆ। ਜਿਸ ਤਰ੍ਹਾਂ ਇੱਕ ਬੰਦਾ ਕੋਈ ਗਾਜਰਾਂ ਮੂਲੀਆਂ ਕੋਈ ਪੁਰਾਣੇ ਸਮੇਂ 'ਚ ਸਿਰ ਤੇ ਪੰਡ ਰੱਖ ਕੇ ਤੇ ਬਾਜ਼ਾਰ ਵੇਚਣ ਜਾਂਦਾ ਹੁੰਦਾ ਸੀ। ਹੁਣ ਤੇ ਚਲੋ ਗੱਡੀਆਂ ਮੋਟਰਾਂ ਕਾਰਾਂ ਨੇ,
ਸਿਰ ਤੇ ਪੰਡ ਰੱਖ ਲੈਣੀ, ਮੂਲੀਆਂ ਗਾਜਰਾਂ ਸਾਗ ਕੋਈ ਵੀ, ਤੇ ਸ਼ਹਿਰ ਵੇਚ ਆਉਣੀ ਪੰਡ। ਤੇ ਇਹਨਾਂ ਨੇ ਗਿਆਨ ਦੀ ਪੰਡ ਸਿਰ ਤੇ ਰੱਖੀ ਹੋਈ ਆ ਗਿਆਨੀਆਂ ਨੇ। ਕੋਈ ਮੂਲੀਆਂ ਦੀ ਪੰਡ ਵੇਚਦਾ ਹੈ, ਕੋਈ ਗਾਜਰਾਂ ਦੀ ਪੰਡ ਵੇਚਦਾ, ਇਹ ਗਿਆਨ ਦੀ ਪੰਡ ਵੇਚ ਕੇ ਤੇ ਪੈਸਾ ਵੱਟ ਕੇ ਘਰਾਂ ਨੂੰ ਤੁਰ ਜਾਂਦੇ ਨੇ। ਤਾਈਓ ਤੇ ਇਹਨਾਂ ਨੂੰ ਪੰਡਤ ਕਹਿੰਦੇ ਨੇ, ਪੰਡ ਵੇਚਣ ਵਾਲੇ। ਤੇ ਮੈਂ ਕਹਿ ਰਿਹਾ ਸੀ ਵੀ ਉਹ ਜਿਹੜੇ ਬ੍ਰਹਮ ਗਿਆਨੀ ਹੁੰਦੇ ਸੀ, ਸੰਤ ਹੁੰਦੇ ਸੀ, ਉਹ ਕਥਾ ਨਹੀਂ ਸੀ ਕਰਦੇ, ਉਹ ਕੀਰਤਨ ਵੀ ਨਹੀਂ ਸੀ ਕਰਦੇ ਹੁੰਦੇ। ਕੋਈ ਲਿੱਦ ਸੁੱਟਣ ਵਾਲਾ, ਕੋਈ ਗੁਰੂ ਗੋਬਿੰਦ ਸਿੰਘ ਦੇ ਘੋੜਿਆਂ ਦਾ ਬ੍ਰਹਮ ਗਿਆਨੀ ਭਾਈ ਧੰਨਾ ਸਿੰਘ, ਹਾਂਜੀ, ਉਹ ਕੀ ਕਰਦੇ ਸੀ? ਉਹ ਗੁਰੂ ਨੂੰ ਦੋ ਕੰਮ ਕਰਦੇ ਸੀ। ਜਿਹੜੇ ਪੁਰਾਣੇ ਸਿੱਖ ਹੁੰਦੇ ਸੀ ਨਾ, ਜਿਹੜੇ ਬ੍ਰਹਮ ਗਿਆਨੀ ਹੁੰਦੇ ਸੀ, ਸੰਤ ਬਣ ਜਾਂਦੇ ਸੀ। ਹੁਣ ਤੇ ਆ ਕਹਿੰਦੇ ਵੀ ਉਹ 2 ਸਾਲ ਸਾਡੇ ਕੋਲ ਆ ਜਾਓ ਤੇ ਅਸੀਂ ਤੁਹਾਨੂੰ ਸੰਤ ਤੇ ਬ੍ਰਹਮ ਗਿਆਨੀ ਬਣਾ ਦਾਂਗੇ। ਇੱਦਾਂ ਨਹੀਂ ਸੰਤ ਬਣਿਆ ਜਾਂਦਾ ਭਾਈ, ਇੱਦਾਂ ਬ੍ਰਹਮ ਗਿਆਨੀ ਨਹੀਂ ਬਣਿਆ ਜਾਂਦਾ। 2 ਸਾਲਾਂ 'ਚ ਦੋ ਸਾਲਾਂ 'ਚ ਤੇ ਬੈਠਣ ਦੀ ਜਾਚ ਨਹੀਂ ਆਉਂਦੀ, ਤੇ ਬ੍ਰਹਮ ਗਿਆਨੀ ਕਿੱਥੋਂ ਬਣ ਜਾਂਦਾ ਕੋਈ? ਜਿਹੜਾ 2 ਸਾਲ ਬੱਚਾ ਸਕੂਲੇ ਗਿਆ, ਉਹ ਕਿੰਨੀਆਂ ਕੁ ਕਿਤਾਬਾਂ ਪੜ੍ਹ ਲੂ 2 ਸਾਲਾਂ 'ਚ? ਤੇ ਸੰਤ ਬਣਨਾ ਹੈ, ਬ੍ਰਹਮ ਗਿਆਨੀ ਬਣਨਾ ਹੈ, ਤੇ ਉਹ 2 ਸਾਲਾਂ 'ਚ ਹੀ ਕਹਿੰਦੇ ਤੁਸੀਂ ਸੰਤ ਹੋ ਗਏ ਜੀ। ਕਹਿਣ ਨਾਲ ਸੰਤ ਨਹੀਂ ਹੋਣਾ, ਕਿਸੇ ਦੇ ਬਣਾਇਆ ਸੰਤ ਨਹੀਂ ਬਣਨਾ। ਵੀ ਕਹਿ ਦਿਓ ਵੀ ਅਸੀਂ 2 ਸਾਲ ਉੱਥੇ ਪ੍ਰਭ ਮਿਲਣੇ ਕਾ ਚਾਓ ਰਹਿ ਕੇ ਆਏ ਆ ਤੇ ਅਸੀਂ ਬ੍ਰਹਮ ਗਿਆਨੀ ਹੋ ਗਏ। ਇੱਦਾਂ ਬ੍ਰਹਮ ਗਿਆਨੀ ਨਾ ਕੋਈ ਬਣਿਆ ਵਾ ਤੇ ਨਾ ਕਿਸੇ ਕੋ ਬਣਿਆ ਜਾਣਾ ਵਾ। ਉਹ ਜਿਹੜੇ ਪੁਰਾਣੇ ਬ੍ਰਹਮ ਗਿਆਨੀ ਸੰਤ ਹੁੰਦੇ ਸੀ, ਉਹ ਕਥਾ ਨਹੀਂ ਸੀ ਕਰਦੇ ਹੁੰਦੇ, ਤੇ ਨਾ ਉਹ ਬਾਣੀ ਪੜ੍ਹਦੇ ਹੁੰਦੇ ਸੀ, ਤੇ ਨਾ ਹੀ ਉਹ ਕੀਰਤਨ ਕਰਦੇ ਹੁੰਦੇ ਸੀ। ਹੁਣ ਕਿੰਨਾ ਜ਼ੋਰ ਲੱਗਣ ਦਿਆ ਕੀਰਤਨ ਦਰਬਾਰਾਂ ਦੇ ਉੱਤੇ, ਕਿੰਨਾ ਜ਼ੋਰ ਲੱਗਣ ਦਿਆ ਕਥਾ ਕਹਾਣੀਆਂ ਕਰਨ ਦੇ ਉੱਤੇ, ਤੇ ਕੋਈ ਬ੍ਰਹਮ ਗਿਆਨੀ ਨਹੀਂ, ਕੋਈ ਸੰਤ ਨਹੀਂ। ਲਓ, ਤੇ ਕਥਾ ਕੀਰਤਨ ਕਿੱਧਰ ਨੂੰ ਤੁਰੀ ਜਾਂਦੀ ਹੈ? ਜੇ ਕਥਾ ਕੀਰਤਨ ਕਰਨ ਵਾਲਾ ਬੰਦਾ ਬ੍ਰਹਮ ਗਿਆਨੀ ਨਹੀਂ ਬਣ ਸਕਿਆ, ਤੇ ਉਹ ਕਥਾ ਕੀਰਤਨ ਕਿਹੜੇ ਰਾਹ ਤੁਰੀ ਜਾ ਰਹੀ ਹੈ? ਉਹ ਜਿਹੜੇ ਪੁਰਾਣੇ ਬ੍ਰਹਮ ਗਿਆਨੀ ਹੁੰਦੇ ਸੀ ਨਾ, ਸੰਤ ਹੁੰਦੇ ਸੀ, ਉਹ 2 ਕੰਮ ਕਰਦੇ ਸੀ। ਇੱਕ ਪਹਿਲਾ ਕੰਮ ਸੀ ਵੀ ਉਹ ਗੁਰੂ ਨੂੰ ਸਮਰਪਿਤ ਹੋ ਜਾਂਦੇ ਸਨ। ਜਿਹਨੂੰ ਬਾਣੀ ਕਹਿੰਦੀ ਹੈ ਵੀ ਨਾਨਕ ਮਿਲਿਆ ਸੋ ਜਾਣੀਏ, ਗੁਰੂ ਨਾ ਛੋੜੇ ਆਪਣਾ, ਦੂਜੇ ਨਾ ਧਰੇ ਪਿਆਰ। ਇੱਕ ਵਾਰੀ ਗੁਰੂ ਕੋ ਚਲ ਕੇ ਮੁੜ ਕੇ ਘਰ ਨਹੀਂ ਆਉਣਾ। ਉਦੋਂ ਹੀ ਆਉਣਾ ਜਿੱਦਣ ਗੁਰੂ ਨੇ ਬਖਸ਼ਾਂ ਕਰਤੀਆਂ, ਜਿੱਦਣ ਸੰਤ ਬ੍ਰਹਮ ਗਿਆਨੀ ਦੀ ਪਦਵੀ ਗੁਰੂ ਨੇ, ਇਹ ਹੁਣ ਪਦਵੀ ਗੁਰੂ ਦਿੰਦਾ ਸੰਤ ਵਾਲੀ, ਬ੍ਰਹਮ ਗਿਆਨੀ ਵਾਲੀ। ਇਹ ਪਾਠ ਪੂਜਾ ਨਾਲ ਥੋੜਾ ਮਿਲਦੀ ਆ ਵੀ ਕੋਈ ਕੀਰਤਨ ਕਰਦਾ ਤੇ ਉਹ ਬ੍ਰਹਮ ਗਿਆਨੀ ਹੋ ਜਾਊਗਾ। ਇਸ ਤਾਂ ਅਜੇ ਤੱਕ ਤੇ ਹੋਇਆ ਨਹੀਂ ਕੋਈ ਕੀਰਤਨ ਕਰਨ ਵਾਲਾ ਬ੍ਰਹਮ ਗਿਆਨੀ। ਆ ਜਿਹੜੇ ਹੁਣ ਗਿਆਨ ਦੀਆਂ ਪੰਡਾਂ ਸਿਰ ਤੇ ਰੱਖ ਕੇ ਤੁਰੇ ਫਿਰਦੇ ਨੇ, ਇਹ ਤੇ ਕਦੀ ਸ਼ਾਂਤ ਹੋ ਕੇ ਬਹਿ ਨਹੀਂ ਸਕਦੇ, ਤੇ ਇਹਨਾਂ ਬ੍ਰਹਮ ਗਿਆਨੀ ਕਿੱਥੋਂ ਬਣਨਾ ਹੈ? ਅੱਗੇ ਇੱਕ ਦਿਨ ਉਹ ਕਹਿੰਦੇ ਆ ਸੀ ਭਿੰਦਰਪਾਲ, ਕਹਿੰਦਾ ਤੁਸੀਂ ਤੇ ਬਹਿ ਸਕਦੇ ਹੋ, ਕੋਈ ਕਥਾ ਕੀਰਤਨ ਸੁਣਵਾ, ਤੇ ਸਾਡੇ ਕੋਲ ਨਹੀਂ ਬੈਠਾ ਜਾਂਦਾ, ਸਾਡੇ ਅੰਦਰ ਤੇ ਰੌਲਾ ਹੀ ਬੜਾ ਪੈਣ ਦਿਆ ਵਾ। ਇਹਨਾਂ ਤੇ ਗਿਆਨ ਦੀਆਂ ਪੰਡਾਂ ਸਿਰ ਤੇ ਰੱਖੀਆਂ ਹੋਈਆਂ ਨੇ, ਤੇ ਇਹਨਾਂ ਨੂੰ ਗਿਆਨ ਨੇ ਬਹਿਣ ਥੋੜਾ ਦੇਣਾ ਵਾ। ਬਹੂਗਾ ਤੇ ਉਹ ਜਿਹੜਾ ਚੁੱਪ ਹੋ ਗਿਆ, ਤੇ ਗਿਆਨ ਚੁੱਪ ਨਹੀਂ ਹੋਣ ਦਿੰਦਾ। ਗਿਆਨ ਅੰਦਰੋਂ ਰੌਲਾ ਪਾਉਂਦਾ ਵਾ ਵੀ ਤੂੰ ਤੇ ਬਹੁਤ ਵੱਡਾ ਗਿਆਨੀ ਹੈ ਤੇ ਕਥਾ ਕਰਿਆ ਕਰ ਤੂੰ। ਕਈ ਮੈਨੂੰ ਕਹਿੰਦੇ ਬਾਬਾ ਪ੍ਰੋਗਰਾਮ ਸਾਡੇ ਕਥਾ ਆਣ ਕੇ ਕਰਿਓ। ਉਹ ਮੈਂ ਨਹੀਂ ਕਥਾ ਕੁਥਾ ਕਰਦਾ ਭਾਈ। ਨਾਰਾਜ਼ ਹੋ ਜਾਂਦੇ, ਬਾਬਾ ਜੀ ਕਥਾ ਨਹੀਂ ਕਰਨ ਆਏ। ਬਥੇਰੇ ਨੇ ਕਥਾਵਾਚਕ, ਸੱਦ ਲਿਆ ਕਰੋ। ਕਥਾ ਕਰਦੇ ਫਿਰਦੇ ਨੇ, ਗਿਆਨ ਦੀਆਂ ਪੰਡਾਂ ਬੰਨੀ ਫਿਰਦੇ ਨੇ ਸਿਰ ਦੇ ਉੱਤੇ। ਨਹੀਂ, ਕਥਾ ਵਾਲਾ ਕੋਈ ਬ੍ਰਹਮ ਗਿਆਨੀ ਨਹੀਂ ਹੁੰਦਾ। ਉਹ ਕਿਸੇ ਨੇ ਮੈਨੂੰ ਅੱਜ ਤੋਂ ਕੋਈ 8-10 ਸਾਲ ਪੁਰਾਣੀ ਗੱਲ ਆ, ਕਿਸੇ ਨੇ ਕਿਹਾ ਬਾਬਾ ਜੀ ਮੇਰੇ ਕੋਲ ਇਹ ਕੋਈ ਕਥਾ ਆਈ ਆ, ਐਂ ਲੱਗਦਾ ਜਿਹੜਾ ਕਥਾ ਕਰਨ ਦਿਆ ਬੰਦਾ ਬ੍ਰਹਮ ਗਿਆਨੀ ਜਾਪਦਾ।
मैं कहा मेरी भी सारी धार्मिक जिंदगी आ, मैं भी धर्म की जिंदगी जिया सारी जिंदगी, पर मैनू इन्ना कुछ पता कि ब्रह्म ज्ञानी कथा नहीं करते होंगे। नहीं वो ऐ लगता ब्रह्म ज्ञानी है बंदा जिन्हें कथा की आ। मैं कहा मैनू भेज हाँ मैंबरी कार्ड किहड़ा वा जिहड़ा, वो जो मैंबरी कार्ड भेजिया मैनू किसी ने कथा सुनी, जिहड़ा कहंदा बाबा जी कथा सुनियो, ऐ लगदा है बंदा ब्रह्म ज्ञानी कथा करन वाला। पर मैनू पता ब्रह्म ज्ञानी कथा नहीं करते होंगे, मैनू इस चीज़ का भी पता ब्रह्म ज्ञानी कीर्तन भी नहीं करते होंगे, मैनू इस चीज़ का पता ब्रह्म ज्ञानी बाणी भी नहीं पढ़ते होंगे। मैनू तो पता है ये तो पढ़ गड्डी लद्दीए फलाना बाबा संत जिहड़े है 100 पाठ खंड अपना 100 जपजी साहब का पाठ करते। मैं कहा एक पाठ नहीं सर जाता, 100 की लोड़ ही कोई नहीं, क्यों करते 100 पाठ। आए उत्थे गए हाँ संतां दे कोल ते संत माला फेरन दए सी। लो संतां नूं कोई माला फेरन की लोड़ हुंदी है? माला की फेर लोड़ तो हुंदी जिहड़ा कच्ची पहली च बैठा होवे। संत नूं भी कोई माला फेरन की लोड़ हुंदी भाई? ऐ संत नाम जपण दए सी। लो अजे नाम ही जपण दिया तो वो संत काहदा भाई? ये तो ऐलान करे कि अब तो जाए चढ़े संघासन, मिल है सारंग पाणी, राम कबीरा एक पए है। राम ते कबीर एक हो गया कि हुण बुढ़े वारे कबीर माला ही फेरन दिया सी। संत माला फेरन दे ही गए हैं मिलन दर्शन कर। वो तो कच्ची पहली च बैठा जिहड़ा माला फेरन दिया कि संतां नूं कोई लोड़ हुंदी माला फेरन दी? नहीं 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 नहीं, हर माला और अंतर तारे, उन्हां दी माला अंदर हुंदी बाहर नहीं हुंदी। रब खैर करे। मैं कह रहा सी कि कथावाचक कोई ब्रह्म, जदों मैं सुनी वो कथा च कहानी मेरी भी गांव इधर उधर हो जाती, ते जदों कथा सुनी तो निरियां गप्पां, ते नां सी उहदा ज्ञानी ठाकर सिंह पटियाले वाला। मैं कहा ये निरियां गप्पां ने, ब्रह्म ज्ञानी नहीं कथा करते होंगे। ये जिंदगी च एक बड़ी विचारन वाली गल है। मैं कह रहा भी वो जिहड़े संत बन जाते सन, ब्रह्म ज्ञानी बन जाते सन, वो की करते सन? कीर्तन करते सन? ना। कथा करते सन? नहीं। की करते सन? वो दो काम करते सन। जिहड़े ब्रह्म ज्ञानी हो जाते सी ना, संत हुंदे सी, वो दो काम करते सी। कथा नहीं सी करते, कीर्तन भी नहीं करते। की करते सी? नानक मिलिया सो जानिए, गुरु ना छोड़े अपना, दूजे ना धरे प्यार। एक बारी गुरु नूं मत्था टेकता, गुरु दे शरण विच आ गए, मुड़ के वो संसार परिवार च नहीं गए। लैणे ने जाके करतारपुर साहिब मत्था टेकिया, 7 साल मुड़ के परिवार च नहीं गए। तो असीं तो 7 मिनट नहीं गुरुद्वारे बहिंदे। जे संगरांद वाले दिन किसी ने आउणा भी आ, मैं तो अगे भी कहा ये स्यापे मुकाउणे चाहिए सिख कौम नूं। श्री अकाल तख्त साहिब तो ऐलान होना चाहिए, ये संगरांद का स्यापा मुकना चाहिए। जे संगरांद ते आउणा वे तो भी आउंदिआं नूं कड़ाह बनिया होवे ते भाई वरताउंदा होवे गुरुद्वारे, फे आउणा वा। वो पुराने समय च एक ਜਦੋਂ ਤਵੇ ਹੁੰਦੇ ਸੀ, ਟੇਪਾਂ ਨਹੀਂ ਤਵੇ ਹੁੰਦੇ ਸੀ, ਉਦੋਂ ਤਵੇ ਘੁੰਮਦੇ ਸੀ ਤੇ ਉਹ ਗੀਤ ਸੁਣਾਉਂਦੇ ਹੁੰਦੇ ਸੀ। ਉਹਦੇ 'ਚ ਗੀਤ ਚੱਲਦਾ ਹੁੰਦਾ ਸੀ ਵੀ ਕੁਣਕਾ ਬਣ ਲੈਂਦੇ ਅਜੇ ਜਾ ਕੇ ਗੁਰਦੁਆਰੇ ਕੀ ਲੈਣਾ ਜੀ। ਕੁਣਕਾ ਬਣੂਗਾ, ਭਾਈ ਵਰਤਾਉਣ ਲੱਗੂਗਾ, ਉਦੋਂ ਗੁਰਦੁਆਰੇ ਚਲ ਜਾਂਗੇ। ਪਹਿਲੋਂ ਗੁਰਦੁਆਰੇ ਜਾ ਕੇ ਕੀ ਕਰਨਾ ਹੈ? ਕੜਾਹੀ ਖਾਣਾ ਤੇ ਉਦੋਂ ਜਾਵਾਂਗੇ ਜਦੋਂ ਭਾਈ ਵਰਤਾਉਣ ਦਿਆ ਹੋਊਗਾ। बस संगरांद वाले दिन भी उदों ही आना जदों वेख लिया भी हुण भाई हुक्मनामा लैन दिया तो देग वरताउणी तो चलो खा आईए। गुरुद्वारे नूं भी इन्होंने एक भोजन पाकसाल समझाया, गुरुद्वारे कड़ाह खाना है। एक ते काम वो करते सी भी गुरु नूं समर्पित हो जाते सी, गुरु दा दर नहीं छड्डदे।
ਜਿੱਦਾਂ ਕਿਸੇ ਨੇ ਕਿਹਾ, ਮੈਂ ਗੁਰੂ ਦਾ ਦਰ ਨਾ ਛੱਡੀ, ਹੋ ਜਾਵੇਂਗਾ ਤੂੰ ਰੋਗੀ। ਜਿਹੜੀ ਬੱਕਰੀ ਬਗਿਆੜ ਤੋਂ ਸਾਥ ਤੋਂ ਵਿਛੜੀ, ਉਹ ਬਗਿਆੜ ਜੋਗੀ। ਇੱਕ ਤਾਂ ਕੰਮ ਇਹ ਕਰਦੇ ਸੀ ਵੀ ਗੁਰੂ ਦੇ ਦਰ ਤੇ ਬਹਿ ਗਏ, ਫਿਰ ਉੱਠਣਾ ਨਹੀਂ ਹੈ। ਗੁਰੂ ਦਾ ਪੱਲਾ ਫੜ ਲਿਆ, ਫਿਰ ਛੱਡਣਾ ਨਹੀਂ ਗਾ। ਗੁਰੂ ਦੇ ਚਰਨਾਂ ਦਾ ਧਿਆਨ ਧਰ ਲਿਆ, ਫਿਰ ਹਟਣਾ ਨਹੀਂ ਹੈ। ਤੇ ਦੂਸਰਾ ਉਹ ਕੀ ਕਰਦੇ ਸੀ, ਇੱਕ ਤੇ ਗੁਰੂ ਨੂੰ ਸਮਰਪਿਤ ਹੋ ਜਾਣਾ। ਇਹ ਰਾਗੀ ਆਉਂਦੇ ਨੇ, ਘੰਟਾ ਕੀਰਤਨ ਕਰਕੇ ਲਿਫਾਫਾ ਜੇਬ 'ਚ ਪਾ ਕੇ ਤੇ ਫੁਰ ਹੋ ਜਾਂਦੇ ਨੇ। ਤੇ ਉਹ ਸਿੱਖ ਨਹੀਂ ਸੀ ਇਦਾਂ ਕਰਦੇ ਵੀ ਲਿਫਾਫਾ ਜੇਬ 'ਚ ਪਾਇਆ ਤੇ ਹਾਰਮੋਨੀਆ ਲਿਫਾਫੇ 'ਚ ਬੈਗ 'ਚ ਪਾਇਆ ਤੇ ਬੈਠੇ ਕਾਰ ਤੇ ਭੱਜ ਗਈ। ਇਦਾਂ ਸਿੱਖ ਨਹੀਂ ਸੀ ਕਰਦੇ ਹੁੰਦੇ। ਮਰਦਾਨੇ ਨੇ ਬਾਬੇ ਨਾਲ ਸਾਰੀ ਜ਼ਿੰਦਗੀ ਰਹਿ ਕੇ ਰਬਾਬ ਵਜਾਈ ਹੈ। ਇਹ ਨਹੀਂ ਵੀ ਇੱਕ ਪਿੰਡ 'ਚ ਕੀਰਤਨ ਕਰਕੇ ਤੇ ਮਰਦਾਨਾ ਘਰ ਨੂੰ ਆ ਜਾਂਦਾ ਸੀ। 40 ਸਾਲ ਮਰਦਾਨੇ ਨੇ ਰਬਾਬ ਬਾਬੇ ਜੀ ਦੇ ਨਾਲ ਰਹਿ ਕੇ ਵਜਾਈ ਆ। 40 ਸਾਲ ਥੋੜੇ ਨਹੀਂ ਹੁੰਦੇ। ਤੇ ਹੁਣ 40 ਮਿੰਟਾਂ ਦੇ ਤੁਸੀਂ 31,000 ਲੈਂਦੇ ਲੋ। ਅਸੀਂ ਜੇ ਬਾਬੇ ਕੀਰਤਨੀਏ ਹੁੰਦੇ ਨਹੀਂ। ਦੂਸਰਾ ਸੀ ਇੱਕ ਤੇ ਗੁਰੂ ਨੂੰ ਸਮਰਪਿਤ ਹੋਣਾ, ਦੂਸਰਾ ਸੀ ਗੁਰੂ ਦੀ ਸੇਵਾ ਵਿੱਚ ਤਤਪਰ ਰਹਿਣਾ। ਦਿਨੇ ਰਾਤ ਗੁਰੂ ਦੀ ਸੇਵਾ 'ਚ ਲੱਗੇ ਰਹਿਣਾ। ਕਿਉਂਕਿ ਗੁਰੂ ਕੀ ਸੇਵਾ ਦਾ ਬੜਾ ਵੱਡਾ ਮਾਨਤਾ ਸੀ। ਸਾਡੀ ਕੌਮ ਦੇ ਇੱਕ ਬਾਦਸ਼ਾਹ ਹੋਏ ਨੇ, ਸੁਲਤਾਨ ਉਲ ਬਾਦਸ਼ਾਹ ਜੱਸਾ ਸਿੰਘ ਆਹਲੂਵਾਲੀਆ। ਅਸੀਂ ਅੱਜ ਗੁਰੂ ਦੀ ਸੇਵਾ ਤੋਂ ਵੀ ਪਰਾਂ ਹੋ ਗਏ ਹਾਂ, ਗੁਰੂ ਦੇ ਦਰ ਤੋਂ ਵੀ ਪਰਾਂ ਹੋ ਗਏ ਹਾਂ ਤੇ ਆਪਣੇ ਆਪ ਸਿੱਖ ਬਣ ਕੇ ਤੇ ਬੜੇ ਦਾਅਵੇ ਪਏ ਕਰਦੇ ਹਾਂ। ਉਹ ਜੱਸਾ ਸਿੰਘ ਗਰੀਬ ਸੀ, ਘਰ ਖਾਣ ਨੂੰ ਕੁਛ ਨਹੀਂ ਸੀ। ਮੰਗਤ ਖਾਏ ਪੰਥ ਰਲਿਓ, ਇਹ ਮੰਗ ਕੇ ਖਾਣ ਵਾਲਾ ਜੱਸਾ ਸਿੰਘ ਆਹਲੂਵਾਲੀਆ। ਗਰੀਬੀ ਸੀ, ਪਿਤਾ ਨਹੀਂ ਹੈ ਰਿਹਾ, ਯਤੀਮ ਹੋ ਗਿਆ। ਮੰਗਤ ਖਾਏ ਪੰਥ ਰਲਿਓ, ਜਿਹੜੇ ਪੁਰਾਣੇ ਸਮੇਂ 'ਚ ਇਹ ਸਾਡੇ ਕੌਮ ਦੇ ਬਾਦਸ਼ਾਹ ਬਣੇ ਨੇ, ਉਹ ਗਰੀਬ ਸਨ, ਮੰਗ ਕੇ ਖਾਣ ਵਾਲੇ ਸਨ। ਤੇ ਮੰਗ ਖਾ ਭਾਈ ਰਤਨ ਸਿੰਘ ਭੰਗੂ ਜੀ ਹੋਰਾਂ ਨੇ ਇੱਕ ਗੱਲ ਲਿਖੀ ਆ। ਉਹ ਕਹਿੰਦੇ ਨੇ, ਮੰਗਤ ਖਾਏ ਪੰਥ ਰਲਿਓ। ਜਿਹੜੇ ਅੱਤ ਦੇ ਗਰੀਬ ਸਨ, ਜਿਨ੍ਹਾਂ ਘਰਾਂ ਵਿੱਚ ਰੋਟੀ ਨਹੀਂ ਸੀ ਹੁੰਦੀ, ਮੰਗ ਕੇ ਖਾਂਦੇ ਸੀ, ਉਹ ਵੀ ਜਦੋਂ ਗੁਰੂ ਪੰਥ ਦੇ ਵਿੱਚ ਆਣ ਕੇ ਰਲ ਜਾਂਦੇ ਸਨ ਤੇ ਗੁਰੂ ਪੰਥ ਦੀ ਸੇਵਾ ਕਰਦੇ ਸਨ। ਸੁਣੋ ਕਥਾ ਗੁਰੂ ਸੇਵਾ ਕੀ, ਜਗ में पई महान, मांगत खाए पंथ रलियो, पयो पंथ पातशाह। ਸੇਵਾ ਕਰਦਿਆਂ ਉਹ ਜਿਹੜੇ ਮੰਗ ਕੇ ਖਾਣ ਵਾਲੇ ਸਨ, ਗੁਰੂ ਪੰਥ ਦੇ ਅੰਦਰ ਇੰਨੀ ਕਰਾਮਾਤ ਸੀ ਗੁਰੂ ਕੀ ਸੇਵਾ ਤੇ ਗੁਰੂ ਕੇ ਪੰਥ ਦੀ ਇੰਨੀ ਸੇਵਾ ਦੀ ਇੰਨੀ ਕਰਾਮਾਤ ਸੀ, ਉਹਨਾਂ ਨੂੰ ਪਾਤਸ਼ਾਹੀਆਂ ਦੇ ਦਿੰਦੇ ਸਨ ਸੇਵਾ ਵਿੱਚੋਂ। ਜਿਨ੍ਹਾਂ ਨੇ ਗੁਰੂ ਘਰ ਦੀਆਂ ਸੇਵਾਵਾਂ ਕੀਤੀਆਂ, ਉਹ ਪੰਥ ਦੇ ਪਾਤਸ਼ਾਹ ਬਣ ਗਏ, ਉਹ ਰਾਜੇ ਬਣ ਗਏ। ਸੋਮੇ ਸਾਹ ਨੇ, ਭਾਈ ਸੋਮੇ ਨੇ ਸੇਵਾ ਕੀਤੀ ਤੇ ਗੁਰੂ ਰਾਮਦਾਸ ਨੇ ਆਖਿਆ, ਤੂੰ ਤੇ ਪਾਤਸ਼ਾਹ ਹੈ, ਸੋਮੇ ਸ਼ਾਹ ਵਾ ਤੂੰ ਤਾਂ। ਉਹ ਅੱਜ ਦੇ ਸਿੱਖਾਂ ਵਰਗੇ ਸਿੱਖ ਨਹੀਂ ਸਨ। ਨਹੀਂ, ਨਾ ਕੋਈ ਅੰਮ੍ਰਿਤ ਵੇਲਾ, ਨਾ ਕੋਈ ਗੁਰੂ ਦੀ ਸੇਵਾ, ਨਾ ਕੋਈ ਦਾਨ, ਨਾ ਪੁੰਨ, ਕੱਖ ਵੀ ਨਹੀਂ। ਤੇ ਵੱਡੇ ਸਿੱਖ ਖਾਉਣ ਦੇ ਦਾਅਵੇਦਾਰ ਬਣਦੇ ਆ। ਅਸੀਂ 4 ਕਿਤਾਬਾਂ ਪੜ੍ਹ ਲਈਆਂ ਤੇ ਗਿਆਨ ਦੀ ਪੰਡ ਸਿਰ ਤੇ ਰੱਖ ਲਈ ਤੇ ਵੱਡੇ ਗਿਆਨੀ ਬਣ ਕੇ ਤੇ ਗਰਭ ਹੰਕਾਰ ਵਿੱਚ ਗਰੂਰ ਹੋਏ ਫਿਰਦੇ ਆ ਵੀ ਅਸੀਂ ਬੜੇ ਵਿਦਵਾਨ ਬਣ ਗਏ। ਤੇ ਵਿਦਵਾਨ ਬਣਨਾ ਕੀ ਹੋਣਾ ਹੈ? ਕਿਤਾਬਾਂ ਪੜ੍ਹਨਾ ਕੀ ਹੋਣਾ ਹੈ? ਕੱਖ ਵੀ ਨਹੀਂ। ਅਜੇ ਤੱਕ ਤਾਂ ਕੱਖ ਹੋਇਆ ਨਹੀਂ ਕਿਤਾਬਾਂ ਪੜ੍ਹਨ ਦੇ ਨਾਲ। ਰੱਬ ਖੈਰ ਕਰੇ। ਇਹ ਬਾਬਾ ਦੀਪ ਸਿੰਘ ਜੀ ਫਿਰ
ਮਾਤਾ ਪਿਤਾ ਜੀ ਸਾਬੋ ਕੀ ਤਲਵੰਡੀ ਜਾਂਦੇ ਨੇ ਤੇ ਫਿਰ ਬਾਬਾ ਦੀਪ ਸਿੰਘ ਜੀ ਉਦੋਂ ਬਹੁਤ ਹੀ ਛੋਟੀ ਆਰਜ਼ੂ ਸੀ ਜੀ, 15-20 ਸਾਲ ਦੇ ਕਰੀਬ ਹੋਣਗੇ ਬਾਬਾ ਦੀਪ ਸਿੰਘ ਜੀ। 81-82 ਦੇ ਲਾਗੇ ਇਹਨਾਂ ਦਾ ਜਨਮ ਦੱਸਦੇ ਨੇ। ਇਹ ਫਿਰ ਮਾਤਾ ਪਿਤਾ ਜੀ ਇਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਦੇ ਕੋਲ ਛੱਡ ਆਉਂਦੇ ਨੇ ਤੇ ਕਹਿੰਦੇ ਆ ਕਿ ਜੇ ਤੁਸੀਂ ਮਹਾਨ ਬਣਨਾ ਚਾਹੁੰਦੇ ਹੋ, ਜੀਵਨ ਕਿਤੇ ਵੀ ਜੀਵਿਆ ਜਾ ਸਕਦਾ ਹੈ, ਘਰ ਬੈਠ ਕੇ ਜੀਵ ਲਓ, ਜਿੱਥੇ ਮਰਜ਼ੀ ਜੀਵਨ ਜੀ ਲਓ, ਜਿੱਥੇ ਮਰਜ਼ੀ ਮਰ ਲਓ, ਇਹ ਕੋਈ ਵੱਡੀ ਗੱਲ ਨਹੀਂ ਹੈ। ਜੇ ਤੁਸੀਂ ਮਹਾਨ ਬਣਨਾ ਹੈ ਤੇ ਤੁਹਾਨੂੰ ਮਹਾਨ ਬੰਦੇ ਦੇ ਨਾਲ ਤੇ ਮਹਾਨ ਅਸਥਾਨ ਤੇ ਰਹਿਣਾ ਪੈਣਾ ਹੈ। ਜੀਵਨ ਦੇ ਰੂੜੀਆਂ ਤੇ ਬਹਿ ਕੇ ਜੀ ਲਓ, ਜੀਵਨ ਦਾ ਕੀ ਹੈ? ਜੀਵਨ ਤੇ ਲੋਕੀ ਸੜਕਾਂ ਤੇ ਵੀ ਗੁਜ਼ਾਰ ਜਾਂਦੇ ਨੇ, ਝੁੱਗੀਆਂ 'ਚ ਵੀ ਬੈਠੇ ਜ਼ਿੰਦਗੀ ਕੱਟ ਜਾਂਦੇ ਨੇ, ਝੁੱਗੀਆਂ 'ਚ ਮਰ ਜਾਂਦੇ ਨੇ, ਲੋਕੀ ਸੜਕਾਂ ਤੇ ਮਰ ਜਾਂਦੇ ਨੇ। ਪਰ ਕਹਿੰਦੇ ਸਿਆਣੇ ਕਹਿੰਦੇ ਜੇ ਤੁਸੀਂ ਮਹਾਨ ਬਣਨਾ ਚਾਹੁੰਦੇ ਹੋ ਤੇ ਮਹਾਨ ਬੰਦੇ ਦੇ ਨਾਲ ਰਹੋ। ਜੇ ਤੁਸੀਂ ਮਹਾਨ ਬਣਨਾ ਚਾਹੁੰਦੇ ਹੋ ਤੇ ਕਿਸੇ ਮਹਾਨ ਅਸਥਾਨ ਤੇ ਰਹੋ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਫਿਰ ਬਾਬਾ ਦੀਪ ਸਿੰਘ ਜੀ ਉੱਥੇ ਰਹਿੰਦੇ ਨੇ। ਤੇ ਸੱਚੇ ਪਾਤਸ਼ਾਹ ਨੇ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਲਿਖਵਾਈ ਕੀਤੀ, ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ ਤੇ ਬਾਬਾ ਦੀਪ ਸਿੰਘ ਜੀ ਨਾਲ ਸਹਾਇਕ ਨੇ। ਬਾਬਾ ਦੀਪ ਸਿੰਘ ਜੀ ਕਲਮਾਂ ਕੱਢਦੇ ਨੇ, ਬਾਬਾ ਦੀਪ ਸਿੰਘ ਜੀ ਸ਼ਾਹੀ ਤਿਆਰ ਕਰਦੇ ਨੇ। ਜਦੋਂ ਬਾਣੀ ਲਿਖਦੇ ਨੇ ਤੇ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਦੇ ਨਾਲ ਬੈਠੇ ਹੋਏ ਨੇ ਤੇ ਜਿਹੜੀ ਬਾਣੀ ਲਿਖਦੇ ਸਨ 10ਵੇਂ ਪਾਤਸ਼ਾਹ ਸਾਬੂ ਕੀ ਤਲਵੰਡੀ ਤੇ ਬਾਬਾ ਦੀਪ ਸਿੰਘ ਜੀ ਲਾਗੇ ਬੈਠ ਕੇ ਸੁਣਦੇ ਸਨ, ਕਲਮਾਂ ਦਿੰਦੇ ਸਨ, ਸ਼ਾਹੀ ਤਿਆਰ ਕਰਕੇ ਕਲਮ ਭੇ ਕੇ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਹੋਰਾਂ ਨੂੰ ਦਿੰਦੇ ਸਨ ਤੇ ਆਪ ਵੀ ਲਿਖਣ ਦਾ ਅਭਿਆਸ ਕਰਦੇ ਸਨ ਬਾਬਾ ਦੀਪ ਸਿੰਘ ਜੀ। ਤੇ ਜਿਹੜੀ ਬਾਣੀ 10ਵੇਂ ਪਾਤਸ਼ਾਹ ਰੋਜ਼ ਉਚਾਰਨ ਕਰਦੇ ਸੀ ਉਹਦੀ ਕਥਾ ਵੀ ਕਰ ਦਿੰਦੇ ਸਨ। ਸਾਲ ਭਰ ਇਹ ਬਾਣੀ ਦੀ ਲਿਖਾਈ ਹੁੰਦੀ ਰਹੀ, 9 ਮਹੀਨੇ ਦੱਸਦੇ ਨੇ ਸਿਆਣੇ ਕਈ ਗਿਆਨੀ, ਚਲੋ ਜਿੰਨਾ ਵੀ ਸਮਾਂ, 9 ਮਹੀਨੇ ਕਥਾ ਬਾਣੀ ਦੀ ਲਿਖਾਈ ਹੋਈ ਤੇ 9 ਮਹੀਨੇ ਕਥਾ ਚੱਲਦੀ ਰਹੀ ਤੇ ਮੁੜ ਕੇ ਬਾਣੀ ਦੀ ਸੰਪੂਰਨਤਾ ਹੋਈ ਤੇ ਅਖੰਡ ਪਾਠ ਸਾਹਿਬ ਰੱਖਿਆ ਗਿਆ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਵਿੱਚ ਫਿਰ ਪਾਠੀ ਲੱਗੇ। ਇਤਿਹਾਸ ਬੋਲਦਾ ਕਿ 48 ਸਿੱਖਾਂ ਨੇ ਉਹ ਕਥਾ ਸੁਣੀ, ਪਾਠ ਸੁਣਿਆ ਤੇ ਜਦੋਂ 10ਵੇਂ ਪਾਤਸ਼ਾਹ ਉਥੋਂ ਜਾਣ ਲੱਗੇ ਨੇ ਸਾਬੂ ਕੀ ਤਲਵੰਡੀ ਤੋਂ ਤੇ ਕਹਿੰਦੇ ਉਹ ਜੇ 48 ਬੰਦਾ ਨੇ ਸਿੰਘਾਂ ਨੇ ਬਾਣੀ ਸੁਣੀ ਸੀ, ਉਹ ਮੁਕਤ ਹੋ ਗਏ, ਬ੍ਰਹਮ ਗਿਆਨੀ ਸੰਤ ਬਣ ਗਏ। ਉਹਨਾਂ 'ਚ ਬਾਬਾ ਦੀਪ ਸਿੰਘ ਸੀ, ਉਹਨਾਂ 'ਚ ਭਾਈ ਮਨੀ ਸਿੰਘ ਸੀ। ਤੇ 10ਵੇਂ ਪਾਤਸ਼ਾਹ ਬਾਬਾ ਦੀਪ ਸਿੰਘ ਨੂੰ ਸਾਬੋ ਕੀ ਤਲਵੰਡੀ ਦਾ ਜਥੇਦਾਰ ਥਾਪ ਕੇ ਤੇ ਇੱਥੋਂ ਫਿਰ ਕੂਚ ਕਰ ਜਾਂਦੇ ਨੇ। ਇੱਥੇ ਹੁਣ ਸਿੰਘ ਵੀ ਰਹਿੰਦੇ ਨੇ, ਇੱਥੇ ਹੁਣ ਬਾਬਾ ਦੀਪ ਸਿੰਘ ਜੀ ਫਿਰ ਲਿਖਣ ਦਾ ਕੰਮ ਕਰਦੇ ਨੇ, ਲਿਖਣ ਭਗਤੀ ਜਿਹਨੂੰ ਕਹਿੰਦੇ ਨੇ। ਬਾਣੀ ਵਿੱਚ ਬੜਾ ਹੁੰਦਾ, ਧੰਨ ਲਿਖਾਰੀ ਨਾਨਕਾ, ਧੰਨ ਸੋ ਕਾਗਦ, ਕਲਮ ਧੰਨ, ਧੰਨ ਭਾਂਡਾ, ਧੰਨ ਮਸ, ਧੰਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ। ਕਹਿੰਦੇ ਧੰਨ ਸੋ ਕਾਗਦ, ਜਿਸ ਕਾਗਦ ਉੱਤੇ ਰੱਬ ਦਾ ਨਾਮ ਲਿਖਿਆ ਗਿਆ ਉਹ ਕਾਗਦ ਵੀ ਪੂਜਣ ਯੋਗ ਹੈ। ਧੰਨ ਸੋ ਕਾਗਦ, ਕਲਮ ਧੰਨ, ਜਿਸ ਕਲਮ ਦੇ ਨਾਲ ਰਾਮ ਨਾਮ ਸਤਨਾਮ ਵਾਹਿਗੁਰੂ ਲਿਖਿਆ ਗਿਆ, ਬਾਣੀ ਸ਼ਬਦ ਲਿਖੀ ਗਈ, ਉਹ ਕਲਮ ਵੀ ਧੰਨ ਵਾ। ਧੰਨ ਸੋ ਕਾਗਦ, ਕਲਮ ਧੰਨ, ਧੰਨ ਭਾਂਡਾ, ਧੰਨ ਮਸ, ਜਿਸ ਭਾਂਡੇ ਵਿੱਚ ਸ਼ਾਹੀ ਪਾਈ ਗਈ ਹੈ ਉਹ ਭਾਂਡਾ ਵੀ ਪੂਜਣ ਯੋਗ ਹੈ, ਉਹ ਸ਼ਾਹੀ ਵੀ ਪੂਜਣ ਯੋਗ ਹੈ। ਧੰਨ ਸੋ ਕਾਗਦ, ਕਲਮ ਧੰਨ, ਧੰਨ ਭਾਂਡਾ, ਧੰਨ ਮਸ, ਧੰਨ ਲਿਖਾਰੀ ਨਾਨਕਾ। ਉਹ ਲਿਖਾਰੀ ਵੀ ਪੂਜਣ ਯੋਗ ਆ ਜਿਹੜਾ ਬਾਣੀ ਲਿਖਦਾ ਹੈ।
ਜਿਨ ਨਾਮ ਲਿਖਾਇਆ ਸੱਚ। ਇਹ ਬਾਬਾ ਦੀਪ ਸਿੰਘ ਜੀ ਸਾਬੂ ਕੀ ਤਲਵੰਡੀ ਰਹਿ ਕੇ ਫਿਰ ਬਾਣੀ ਲਿਖਦੇ ਨੇ, ਪੋਥੀਆਂ ਲਿਖਦੇ ਨੇ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ। ਸਮਾਂ ਆ ਗਿਆ 10ਵੇਂ ਪਾਤਸ਼ਾਹ ਨੇ ਫਿਰ ਬੰਦਾ ਸਿੰਘ ਬਹਾਦਰ ਨੂੰ ਜਦੋਂ ਪੰਜਾਬ ਨੂੰ ਤੋਰਿਆ ਦਮਦਮਾ ਉੱਥੋਂ ਸਾਬੂ ਕੇ ਆਪਣੇ ਨਦੇੜ ਤੋਂ, ਅਬਚਲ ਨਗਰ ਤੋਂ, ਉਦੋਂ ਫਿਰ ਬਾਬਾ ਦੀਪ ਸਿੰਘ ਜੀ ਸਰਹੰਦ ਜਾ ਕੇ ਫਿਰ ਆਪਣੇ ਤੇਗ ਦੇ ਜੌਹਰ ਦਿਖਾਉਂਦੇ ਨੇ। 1712 ਦੇ ਵਿੱਚ ਜਦੋਂ ਸਰਹੰਦ ਫਤਿਹ ਕੀਤੀ ਆ ਤੇ ਬਾਬਾ ਦੀਪ ਸਿੰਘ ਜੀ ਜਥਾ ਲੈ ਕੇ ਸਾਬੂ ਕੀ ਤਲਵੰਡੀ ਤੋਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦਾ ਫਿਰ ਬਦਲਾ ਲੈਣ ਵਾਸਤੇ, ਉਸ ਜ਼ੁਲਮ ਨੂੰ ਜੜ੍ਹਾਂ ਤੋਂ ਪੁੱਟਣ ਵਾਸਤੇ। ਅੱਜ ਵੀ ਬੜਾ ਜ਼ੁਲਮ ਹੋ ਰਿਹਾ ਧਰਤੀ ਉੱਤੇ। ਅੱਜ ਦੇ ਰਾਜੇ ਉਸ ਸਮੇਂ ਨਾਲੋਂ ਵੀ ਭੈੜੇ ਹੋ ਚੁੱਕੇ ਨੇ। ਆ ਪਿੰਡਾਂ ਵਿੱਚ ਕਤਲ ਹੋਣ ਦੇ ਨੇ। ਰਾਤ ਨੂੰ ਕੋਈ ਦਾਤਰ ਲੈ ਕੇ ਖਲੋ ਜਾਂਦਾ ਸੜਕ ਤੇ, ਲੋਕਾਂ ਨੂੰ ਮਾਰੀ ਜਾਂਦੇ ਨੇ, ਖੋਈ ਜਾਂਦੇ ਨੇ। ਕੋਈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਜੰਗਲੀ ਰਾਜ ਹੋਇਆ ਪਿਆ। ਇਹ ਫਿਰ ਬਾਬਾ ਦੀਪ ਸਿੰਘ ਨੇ ਫਿਰ ਉੱਥੇ ਸਰਹੰਦ ਬੰਦਾ ਸਿੰਘ ਬਹਾਦਰ ਦੇ ਨਾਲ ਲਾ ਕੇ ਫਿਰ ਉਹ ਸਰਹੰਦ ਦੀ ਜੰਗ ਲੜੀ ਹੈ। ਸਮਾਂ ਪਾ ਕੇ ਬਾਬਾ ਬੰਦਾ ਸਿੰਘ, ਬਾਬਾ ਦੀਪ ਸਿੰਘ ਫਿਰ ਸਾਬੂ ਕੀ ਤਲਵੰਡੀ ਆ ਜਾਂਦੇ ਨੇ ਤੇ ਇੱਥੇ ਬੈਠ ਕੇ ਫਿਰ ਤਪ ਕਰਦੇ ਨੇ। ਉਹਨਾਂ ਦਾ ਭੋਰਾ ਵਾ, ਸਾਬੂ ਕੀ ਤਲਵੰਡੀ ਜਾਓ ਬਾਬਾ ਦੀਪ ਸਿੰਘ ਜੀ ਦਾ, ਉੱਥੇ ਭੋਰਾ ਵਾ। ਤੇ ਬੜੀਆਂ ਬੜੀਆਂ ਕੌਮ ਨੂੰ ਮੁਸ਼ਕਲਾਂ ਆਈਆਂ। ਬਾਬਾ ਦੀਪ ਸਿੰਘ ਜੀ ਫਿਰ ਸਮੇਂ ਨੂੰ ਵਾਚਦੇ ਰਹੇ। ਸਮਾਂ ਆ ਗਿਆ ਜਦੋਂ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਢਾਉਣ ਦਾ ਨਿਰਣਾ ਲਿਆ, ਸਰੋਵਰ ਨੂੰ ਪੂਰਨ ਦਾ ਨਿਰਣਾ ਲਿਆ। ਉਦੋਂ ਫਿਰ ਸਿੰਘ ਨੇ ਜਾ ਕੇ ਬਾਬਾ ਦੀਪ ਸਿੰਘ ਨੂੰ ਦੱਸਿਆ ਵੀ ਤੁਸੀਂ ਤਾਂ ਇੱਥੇ ਬੈਠੇ ਹੋਏ ਜੇ, ਹਰਿਮੰਦਰ ਸਾਹਿਬ ਨੂੰ ਢਾਇਆ ਜਾ ਰਿਹਾ ਹੈ ਤੇ ਸਰੋਵਰ ਪੂਰਿਆ ਜਾ ਰਿਹਾ ਹੈ। ਸਿੱਖ ਨੂੰ ਇਸ ਗੱਲ ਦਾ ਪਤਾ ਲੱਗ ਜੇ ਵੀ ਹਰਿਮੰਦਰ ਸਾਹਿਬ ਕੋਈ ਢਾਉਣ ਆ ਗਿਆ ਤੇ ਸਿੱਖ ਦੀ ਜਿੰਦ ਜਾਨ ਹੈ ਹਰਿਮੰਦਰ, ਉਹ ਕਿਵੇਂ ਫਿਰ ਸ਼ਾਂਤ ਬੈਠ ਸਕਦਾ ਹੈ। ਕੋਈ ਗੁਰੂ ਸਥਾਨ ਤੇ ਚੜ੍ਹਾਈ ਕਰਕੇ ਆ ਜੇ ਇੱਥੇ ਉਹਦੇ ਹੱਥ ਤੇ ਸਿੱਖ ਫਿਰ ਅੱਗੇ ਨਾ ਆਵੇ, ਉਹ ਸਿੱਖ ਨਹੀਂ ਹੈ। ਇਹ ਫਿਰ ਜਦੋਂ ਬਾਬਾ ਦੀਪ ਸਿੰਘ ਨੂੰ ਜਾ ਕੇ ਫਿਰ ਦੱਸਿਆ ਇਹ ਹਰਿਮੰਦਰ ਸਾਹਿਬ ਤੇ ਇਸ ਤਰ੍ਹਾਂ ਹੋ ਰਿਹਾ ਹੈ, ਕਹਿੰਦੇ ਫਿਰ ਬਾਬਾ ਦੀਪ ਸਿੰਘ ਨੇ ਕਲਮ ਛੱਡ ਕੇ ਫਿਰ ਵੱਡਾ ਤੇਗਾ 18 ਸੇਰ ਦਾ ਤੇਗਾ ਫੜਿਆ ਤੇ ਹਰਿਮੰਦਰ ਸਾਹਿਬ ਵੱਲ ਨੂੰ ਅਰਦਾਸ ਕੀਤੀ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸੋਢੀ ਪਾਤਸ਼ਾਹ, ਤੇਰੇ ਦਰ ਦੀ ਬਿਪਦੀ ਨੂੰ ਨਾ ਸਹਾਰਦਿਆਂ ਹੋਇਆਂ ਅਸੀਂ ਸ਼ਹੀਦੀ ਪਾਉਣ ਵਾਸਤੇ ਤੁਰਨ ਲੱਗੇ ਆ ਤੇ ਜਿੰਨਾ ਚਿਰ ਅਸੀਂ ਤੇਰੇ ਹਰਿਮੰਦਰ ਨੂੰ ਆਜ਼ਾਦ ਨਾ ਕਰਾ ਲਈਏ ਉਹਨਾਂ ਚਿਰ ਸਾਡੇ ਪ੍ਰਾਣ ਨਾ ਨਿਕਲਣ। ਜਿੰਨਾ ਚਿਰ ਹਰਿਮੰਦਰ ਆਜ਼ਾਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਸ਼ਹੀਦੀ ਨਾ ਪਹਿਲਾਂ ਨਾ ਪਾ ਦਈਏ ਕਿਤੇ। ਕਹਿੰਦੇ ਬਾਬਾ ਦੀਪ ਸਿੰਘ ਥੋੜੇ ਸਿੰਘਾਂ ਦੇ ਨਾਲ ਅਰਦਾਸਾਂ ਕਰਕੇ ਸਾਬੂ ਕੀ ਤਲਵੰਡੀ ਤੋਂ ਤੁਰ ਪੈਂਦੇ ਨੇ ਤੇ ਤੁਰਦਿਆਂ ਕੁਝ ਰਾਹ ਵਿੱਚੋਂ ਸਿੰਘ ਰਲਦੇ ਜਾਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਤਰਨਤਾਰਨ ਸਾਹਿਬ ਆ ਜਾਂਦੇ ਨੇ। ਇੱਥੇ ਤਰਨਤਾਰਨ ਸਾਹਿਬ ਆਣ ਕੇ ਬਾਬਾ ਦੀਪ ਸਿੰਘ ਜੀ ਇਸ਼ਨਾਨ ਕਰਦੇ ਨੇ ਸਰੋਵਰ ਵਿੱਚ ਤੇ ਮਾਝੇ ਦੇ ਸਿੰਘਾਂ ਨੂੰ ਇਕੱਠਿਆਂ ਕਰਦੇ ਨੇ, ਕਿਉਂਕਿ ਜਿਹੜੇ ਸੂਰਮੇ ਮਾਝੇ ਵਿੱਚ ਹੀ ਹੋਏ ਨੇ, ਮਲਵਈ ਇੰਨੇ ਸੂਰਮੇ ਨਹੀਂ ਹੋਏ। ਨਾ ਦਬਾਬੇ ਵਿੱਚ ਪੁਰਾਣੇ ਸਮੇਂ 'ਚ ਸੂਰਮੇ ਹੋਏ ਨੇ, ਨਾ ਮਾਲ ਵਿੱਚ। ਇਹ ਸੂਰਮੇ ਸਾਰੇ ਮਾਝੇ 'ਚ ਹੀ ਹੋਏ ਨੇ। ਇਹ ਫਿਰ ਬਾਬਾ ਦੀਪ ਸਿੰਘ ਨੇ ਤਰਨਤਾਰਨ ਸਾਹਿਬ ਦੀ ਧਰਤੀ ਤੋਂ ਕੁਝ ਹੋਰ ਜਵਾਨ ਮਾਝੇ ਦੇ ਇਕੱਠੇ ਕੀਤੇ।
ਬਹੁਤ ਵੱਡਾ ਜਥਾ ਬਣ ਗਿਆ। ਫਿਰ ਬਾਬਾ ਦੀਪ ਸਿੰਘ ਤਰਨਤਾਰਨ ਸਾਹਿਬ ਤੋਂ ਅਰਦਾਸ ਕਰਕੇ ਤੁਰ ਪਏ ਨੇ। ਥੋੜਾ ਜਿਹਾ ਜੇ ਤਰਨਤਾਰਨ ਸਾਹਿਬ ਤੋਂ ਆਏ ਨੇ, ਅੱਗੇ ਪਿੰਡ ਆ ਗਿਆ ਗੋਲਵੜ। ਉੱਥੇ ਬਾਬਾ ਦੀਪ ਸਿੰਘ ਜੀ ਖਲੋ ਗਏ। ਉੱਥੇ ਗੁਰਦੁਆਰਾ ਅੱਜ ਕੱਲ੍ਹ ਲਲਕਾਰ ਸਾਹਿਬ ਹੈ। ਬਾਬਾ ਦੀਪ ਸਿੰਘ ਨੇ ਲੀਕ ਮਾਰ ਦਿੱਤੀ ਸੜਕ ਦੇ ਉੱਤੇ, ਰਾਹ ਦੇ ਉੱਤੇ। ਐਲਾਨ ਕੀਤਾ ਵੀ ਅੱਗੇ ਮੌਤ ਹੈ, ਅੱਗੇ ਸ਼ਹੀਦੀ ਆ, ਤੇ ਲੀਕ ਉਹ ਟੱਪਿਓ ਜਿੰਨੇ ਸ਼ਹੀਦ ਹੋਣਾ ਹੈ, ਦੂਸਰਾ ਲੀਕ ਨਾ ਜੇ ਟੱਪਿਓ। ਜਦੋਂ ਬਾਬਾ ਦੀਪ ਸਿੰਘ ਨੇ ਲੀਕ ਮਾਰੀ ਨਾ, ਤੇ ਅੱਗੇ ਕਹਿੰਦੇ ਸੀ ਵੀ ਅੱਜ ਦੇ ਜਥੇਦਾਰ ਵੀ ਲੀਕ ਮਾਰ ਦਿੰਦੇ ਨੇ, ਪਰ ਆਪ ਲੀਕ ਦੇ ਪਰਲੇ ਪਾਸੇ ਰਹਿ ਜਾਂਦੇ ਨੇ ਤੇ ਹਮਾਤਮਾ ਲੀਕ ਦੇ ਦੂਜੇ ਪਾਸੇ ਹੋ ਜਾਂਦੇ ਨੇ। ਬਾਬਾ ਦੀਪ ਸਿੰਘ ਨੇ ਲੀਕ ਮਾਰੀ ਆ ਦੂਜੇ ਪਾਸੇ ਖਲੋ ਕੇ ਵੀ ਇਸ ਪਾਸੇ ਉਹ ਆਇਓ ਜਿਹਨੇ ਮਰਨਾ ਹੈ, ਸ਼ਹੀਦ ਹੋਣਾ ਹੈ। ਤੇ ਅੱਜ ਦੇ ਜਿਹੜੇ ਜਥੇਦਾਰ ਨੇ ਲੀਕ ਪਰਲੇ ਪਾਸੇ ਖਲੋ ਕੇ ਮਾਰਦੇ ਨੇ, ਅਗਲੇ ਪਾਸੇ ਉਹ ਜਾਇਓ ਜਿਹਨੇ ਮਰਨਾ ਜੇ, ਆਪ ਉਧਰੇ ਆਪ ਦੂਜੇ ਪਾਸੇ ਰਹਿ ਜਾਂਦੇ ਨੇ। ਲੋਕਾਂ ਦੇ ਪੁੱਤ ਮਰਵਾ ਦਿੱਤੇ, ਮਾਵਾਂ ਰੋ ਰਹੀਆਂ ਨੇ, 30 ਸਾਲ ਹੋ ਗਏ ਨੇ, ਕਿਸੇ ਨੇ ਸਾਰ ਨਹੀਂ ਲਈ। ਤੇ ਆਪ ਕੋਈ ਅਮਰੀਕਾ, ਉਹ ਜਿਹੜੇ ਲੀਕਾਂ ਮਾਰਨ ਵਾਲੇ ਸੀ ਨਾ, ਜਿਹੜੇ ਕਹਿੰਦੇ ਸ਼ਹੀਦ ਹੋਣਾ ਹੈ, ਉਹ 6 ਜੂਨ ਸਵੇਰੇ 7 ਵਜੇ ਦੇ ਭਗੌੜੇ ਹੋਏ ਦਰਬਾਰ ਸਾਹਿਬ ਤੋਂ। 6 ਜੂਨ ਨੂੰ ਉੱਥੋਂ ਨਿਕਲੇ ਨੇ ਭਗੌੜੇ। ਕੋਈ ਅਮਰੀਕਾ ਬੈਠਾ ਤੇ ਕੋਈ ਕੈਨੇਡਾ ਬੈਠਾ, ਤੇ ਸੰਗਤ ਮਰਵਾ ਦਿੱਤੀ, ਹਮਾ ਤੁਮਾ ਮਰਵਾ ਦਿੱਤੇ ਗਏ। ਮਾਵਾਂ ਰੋ ਰੋ ਕੇ ਕਮਲੀਆਂ ਹੋ ਗਈਆਂ, ਕਿਸੇ ਨੇ ਸਾਰ ਨਹੀਂ ਲਈ। ਤੇ ਲੀਕਾਂ ਮਾਰਨ ਵਾਲੇ ਕਹਿੰਦੇ ਸ਼ਹੀਦ ਹੋਣਾ, ਉਹ ਕੋਈ ਅਮਰੀਕਾ ਬੈਠਾ, ਕੋਈ ਕੈਨੇਡਾ ਜਾ ਕੇ ਬੈਠਾ ਹੋਇਆ ਹੈ। ਇਦਾਂ ਦੇ ਨਹੀਂ ਸੀ ਉਹ। ਲੀਕ ਦੇ ਪਰਲੇ ਪਾਸੇ ਹੋ ਕੇ ਬਾਬਾ ਦੀਪ ਸਿੰਘ ਨੇ ਆਖਿਆ ਇੱਧਰ ਆਓ ਜਿੰਨੇ ਆਉਣਾ। ਤੇ ਜਿਹੜਾ ਗੁਰੂ ਨੂੰ ਸਮਰਪਿਤ ਹੋ ਕੇ ਘਰੋਂ ਤੁਰਿਆ, ਜਿਹੜਾ ਮਰਨ ਗੁਰੂ ਵਾਸਤੇ, ਮਰਨ ਮਿਟਣ ਵਾਸਤੇ ਹੋ ਕੇ ਤੁਰਿਆ, ਲੀਕ ਦੇ ਪਰਲੇ ਪਾਸੇ ਕਿਵੇਂ ਰਹਿ ਸਕਦਾ ਸੀ? ਕਹਿੰਦੇ ਕੋਈ ਵੀ ਬੰਦਾ ਲੀਕ ਦੇ ਪਰਲੇ ਪਾਸੇ ਨਹੀਂ ਰਿਹਾ, ਸਾਰੇ ਇਧਰਲੇ ਪਾਸੇ ਆ ਗਏ। ਫਿਰ ਬਾਬਾ ਦੀਪ ਸਿੰਘ ਜੀ ਉੱਥੋਂ ਤੁਰ ਪੈਂਦੇ ਨੇ ਗੋਲਵੜ ਤੋਂ ਅੱਗੇ। ਫਿਰ ਚੱਬੇ ਦੇ ਮੈਦਾਨ ਵਿੱਚ ਇਧਰੋਂ ਵੀ ਫਿਰ ਜਹਾਨ ਖਾਨ ਤੇ ਹੋਰ ਕੋਈ ਫੌਜ ਦੇ ਜਰਨੈਲ ਫੌਜਾਂ ਲੈ ਕੇ ਪਹੁੰਚੇ ਹੋਏ ਨੇ। ਫਿਰ ਲੋਹਗੜ੍ਹ ਦੀ ਚੱਬੇ ਦੇ ਮੈਦਾਨ ਵਿੱਚ ਫਿਰ ਆਮੋ ਸਾਹਮਣੀ ਟੱਕਰ ਹੁੰਦੀ ਹੈ, ਤੇ ਜ਼ਬਰਦਸਤ ਖਾਨ, ਜਹਾਨ ਖਾਨ ਵਰਗੇ ਜਿਹੜੇ ਉੱਥੇ ਲੜਦੇ ਨੇ ਬਾਬਾ ਦੀਪ ਸਿੰਘ ਜੀ ਦੇ ਨਾਲ। ਕਹਿੰਦੇ ਫਿਰ ਉੱਥੇ ਬੜੇ ਸਿੰਘ ਸ਼ਹੀਦ ਹੋ ਗਏ। ਆਮੋ ਸਾਹਮਣੀ ਟੱਕਰ ਹੋ ਰਹੀ, ਉਧਰੋਂ ਵੀ ਹਜ਼ਾਰਾਂ, ਇਧਰੋਂ ਵੀ ਹਜ਼ਾਰਾਂ ਸ਼ਹੀਦ ਹੋ ਗਏ। ਉੱਥੇ ਕਹਿੰਦੇ ਬਾਬਾ ਦੀਪ ਸਿੰਘ ਵੀ ਸ਼ਹੀਦ ਹੋ ਗਏ। ਉਹਨਾਂ ਦਾ ਸਿਰ ਜਿਹੜਾ ਸੀ ਧੜ ਤੋਂ ਵੱਖਰਾ ਹੋ ਗਿਆ ਚੱਬੇ ਦੇ ਮੈਦਾਨ ਵਿੱਚ। ਕਹਿੰਦੇ ਫਿਰ ਉਹ ਫੇਰ ਕਿਸੇ ਸਿੰਘ ਨੇ ਆਖਿਆ ਬਾਬਾ ਜੀ ਅਜੇ ਅੰਮ੍ਰਿਤਸਰ ਨਹੀਂ ਆਇਆ, ਅਜੇ ਦੂਰ ਹੈ, ਤੇ ਤੁਸਾਂ ਤਾਂ ਪਰਨ ਕੀਤਾ ਸੀ ਕਿ ਹਰਿਮੰਦਰ ਨੂੰ ਆਜ਼ਾਦ ਕਰਾ ਕੇ ਫਿਰ ਸ਼ਹੀਦੀ ਪਾਵਾਂਗੇ, ਤੁਹਾਡਾ ਪਰਨ ਅਜੇ ਪੂਰਾ ਨਹੀਂ ਹੋਇਆ। ਕਹਿੰਦੇ ਬਾਬਾ ਦੀਪ ਸਿੰਘ ਫੇਰ ਉੱਠ ਪਏ। ਫਿਰ ਖੱਬੇ ਹੱਥ ਦੀ ਤਲੀ ਉੱਤੇ ਬਾਬਾ ਜੀ ਨੇ ਆਪਣਾ ਸੀਸ ਰੱਖਿਆ, ਸੱਜੇ ਹੱਥ ਨਾਲ ਫਿਰ 18 ਸ਼ੇਰ ਦਾ ਜਦੋਂ ਖੰਡਾ ਖੜਕਾਇਆ ਬਾਬਾ ਦੀਪ ਸਿੰਘ ਜੀ, ਤੇ ਫਿਰ ਕੋਈ ਅਟਕਿਆ ਨਹੀਂ। ਤੇ ਨਾਲ ਜਦੋਂ ਵੇਖ ਲਿਆ, ਸਿੰਘਾਂ ਨੇ ਵੀ ਜਦੋਂ ਵੇਖ ਲਿਆ ਵੀ ਬਾਬਾ ਦੀਪ ਸਿੰਘ ਤੇ ਬਿਨਾਂ ਸਿਰ ਤੋਂ ਤੁਰ ਪਏ ਨੇ ਹਰਿਮੰਦਰ ਸਾਹਿਬ ਨੂੰ, ਪੂਰਾ ਜੱਥਾ ਫਿਰ ਹਰਿਮੰਦਰ ਸਾਹਿਬ ਨੂੰ ਤੁਰਿਆ ਹੁੰਦਾ। ਤੇ ਉਹ ਜਦੋਂ ਉਹਨਾਂ ਨੇ ਇਹੋ ਜਿਹਾ ਸੀਨ ਵੇਖਿਆ, ਮੁਗਲਿਆ ਫੌਜ ਨੇ, ਤੁਰਕਾਂ ਨੇ, ਸਭ ਭੱਜ ਗਏ। ਤੇ ਬਾਬਾ ਦੀਪ ਸਿੰਘ ਸਮੇਤ ਜਥੇ ਦੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਆ ਜਾਂਦੇ ਨੇ। ਇੱਥੇ ਫਿਰ ਪਰਿਕਰਮਾ 'ਚ ਸੀਸ ਰੱਖ ਕੇ ਬਾਬਾ ਦੀਪ ਸਿੰਘ ਨੇ ਹਰਿਮੰਦਰ ਸਾਹਿਬ ਨੂੰ ਮੱਥਾ ਟੇਕਿਆ। ਧਨੀ ਲੋਕ ਧਨ ਚੜਾਉਂਦੇ ਨੇ, ਗੁਰੂ ਦੇ ਅੱਗੇ ਅਰਪਣ ਕਰਨ ਵਾਲੇ ਬੜੇ ਲੋਕ ਨੇ। ਕੋਈ ਪੈਸਾ ਚੜਾਉਂਦਾ ਹੈ,
ਕੋਈ ਕੁਝ ਚੜਾਉਂਦਾ ਹੈ, ਕੋਈ ਆਟਾ ਦਾਲਾਂ ਚੜਾਉਂਦਾ ਹੈ, ਪਰ ਬਾਬਾ ਦੀਪ ਸਿੰਘ ਇੱਕ ਐਸੇ ਅਨੋਖੇ ਸ਼ਹੀਦ ਨੇ। ਬਾਬਾ ਦੀਪ ਸਿੰਘ ਨੇ ਆਪਣਾ ਸਿਰ ਰੱਖ ਕੇ ਗੁਰੂ ਰਾਮਦਾਸ ਦੀ ਪਰਿਕਰਮਾ 'ਚ ਮੱਥਾ ਟੇਕਿਆ ਹੈ। ਅੱਜ ਦਰਬਾਰ ਸਾਹਿਬ ਜਾਓ, ਦੇਖੋ ਕੋਈ ਉੱਥੇ ਪੈਸੇ ਚੜਾਉਂਦੇ ਆ, ਕੋਈ ਚੰਦੋਵੇ ਚੜਾਉਂਦੇ ਆ, ਕੋਈ ਕਣਕ ਚੜਾਉਂਦੇ ਆ, ਜਿੱਦਾਂ ਦੀ ਕਿਸੇ ਦੀ ਭਾਵਨਾ। ਲੋਭੀ ਕੱਖ ਵੀ ਨਹੀਂ ਚੜਾਉਂਦੇ, ਨਾ ਲੋਭੀ ਪੈਸਾ ਚੜਾਉਂਦੇ ਨੇ, ਨਾ ਲੋਭੀ ਕੋਈ ਕਣਕ ਚੜਾਉਂਦੇ। ਲੋਭੀ ਤੇ ਆਪਣੇ ਜੋਗੀ ਟੱਬਰ ਜੋਗੀ ਹੁੰਦੇ ਨੇ। ਉਹ ਫਿਰ ਬਾਬਾ ਦੀਪ ਸਿੰਘ ਨੇ ਸਿਰ ਰੱਖ ਕੇ ਮੱਥਾ ਟੇਕਿਆ ਗੁਰੂ ਰਾਮਦਾਸ ਨੂੰ ਪਰਿਕਰਮਾ 'ਚ, ਤੇ ਬਾਬਾ ਦੀਪ ਸਿੰਘ ਦਾ ਸੀਸ ਧੜ ਜਿਹੜਾ ਪਰਿਕਰਮਾ 'ਚ ਫਿਰ ਠੰਡੇ ਹੋ ਗਏ। ਫਿਰ ਉਥੋਂ ਸਿੰਘਾਂ ਨੇ ਚੁੱਕ ਕੇ ਬਾਬਾ ਦੀਪ ਸਿੰਘ ਦੇ ਸੀਸ ਨੂੰ ਤੇ ਧੜ ਨੂੰ, ਇਹ ਪੁਰਾਣੇ ਮਹਾਂਪੁਰਖ ਏਦਾਂ ਦੱਸਦੇ ਹੁੰਦੇ ਸੀ ਵੀ ਪਰਿਕਰਮਾ ਦੇ ਵਿੱਚ ਬਾਬਾ ਦੀਪ ਸਿੰਘ ਦਾ ਧੜ ਵੀ ਪਿਆ ਹੈ ਤੇ ਸੀਸ ਵੀ ਪਿਆ ਹੈ ਸ਼ਹੀਦੀ ਪਾਉਣ ਤੋਂ ਬਾਅਦ। ਇੱਥੋਂ ਫਿਰ ਧੜ ਚੁੱਕ ਕੇ ਬਾਬਾ ਦੀਪ ਸਿੰਘ ਦਾ ਸੀਸ ਚੁੱਕ ਕੇ ਬਾਬਾ ਦੀਪ ਸਿੰਘ ਦਾ ਸਿੰਘਾਂ ਨੇ ਫਿਰ ਚਾਟੀਵਿੰਡ, ਜਿੱਥੇ ਮੜੀਆਂ ਸਨ, ਅੱਜ ਵੀ ਉੱਥੇ ਮੜੀਆਂ ਨੇ, ਸ਼ਹਿਰ ਦੀਆਂ ਮੜੀਆਂ ਸੀ ਜਿੱਥੇ, ਉਹ ਮੜੀਆਂ 'ਚ ਖੜ ਕੇ ਫਿਰ ਬਾਬਾ ਦੀਪ ਸਿੰਘ ਦਾ ਸੰਸਕਾਰ ਕੀਤਾ। ਪਤਾ ਨਹੀਂ ਉੱਥੇ ਕੋਈ ਯਾਦਗਾਰ ਮੁੜ ਕੇ ਬਣਾਈ ਹੈ ਕਿ ਨਹੀਂ ਬਣਾਈ। ਇਹ ਜਿਹੜਾ ਹੁਣ ਤੁਸੀਂ ਬਾਬਾ ਦੀਪ ਸਿੰਘ ਦਾ ਸਥਾਨ ਦੇਖ ਰਹੇ ਹੋ, ਇਹ 1973 ਦੇ ਵਿੱਚ ਬਣਿਆ ਹੈ। ਪਹਿਲਾਂ ਉੱਥੇ ਛੋਟੀਆਂ ਛੋਟੀਆਂ ਹੁੰਦੀਆਂ ਸੀ, ਯਾਦਗਾਰਾਂ ਹੁੰਦੀਆਂ ਸੀ, ਮੜੀਆਂ ਕਬਰਾਂ ਹੁੰਦੀਆਂ ਸਨ, ਸ਼ਹੀਦੀ ਯਾਦਗਾਰਾਂ ਹੁੰਦੀਆਂ ਸਨ। ਉੱਥੇ ਸ਼ਹੀਦਾਂ ਸਿੰਘਾਂ ਦੇ ਸੰਸਕਾਰ ਹੋਏ ਸੀ। ਫਿਰ ਉਹ ਸਾਰਿਆਂ ਨੂੰ ਢਾਹ ਕੇ ਇੱਕ ਨੂੰ ਰਹਿਣ ਦਿੱਤਾ ਤੇ ਕਿਹਾ ਵੀ ਇਹ ਬਾਬਾ ਦੀਪ ਸਿੰਘ ਦਾ ਸਥਾਨ ਹੈ। ਬਾਕੀ ਸਾਰੀਆਂ ਉਹ ਜਿਹੜੀਆਂ ਸੀ ਸ਼ਹੀਦੀ ਸਥਾਨ ਸੀ, ਕਬਰਾਂ ਸੀ, ਢਾਹ ਦਿੱਤੀਆਂ ਗਈਆਂ ਤੇ ਇੱਕ ਕਬਰ ਨੂੰ ਰਹਿਣ ਦਿੱਤਾ। ਇਹ 1973 ਦੀ ਗੱਲ ਹੈ, ਬਹੁਤੀ ਪੁਰਾਣੀ ਨਹੀਂ। ਅਜੇ ਉਹ ਬਜ਼ੁਰਗ ਜੀਂਦੇ ਨੇ ਜਿਨ੍ਹਾਂ ਨੇ ਵੇਖਿਆ। ਰਾਮਸਰ ਦੀ ਧਰਤੀ ਦੇ ਲਾਗੇ ਬੜੀਆਂ ਕਬਰਾਂ ਸਨ, ਸ਼ਹੀਦੀ ਯਾਦਗਾਰਾਂ ਸਾਰੀਆਂ ਢਾਹ ਦਿੱਤੀਆਂ ਗਈਆਂ ਤੇ ਇੱਕ ਰਹਿਣ ਦਿੱਤੀ। ਆਖਿਆ ਵੀ ਇਹ ਬਾਬਾ ਦੀਪ ਸਿੰਘ ਦੀ, ਉਹਦੇ ਉੱਤੇ ਫਿਰ ਇੱਕ ਕਮਰਾ ਉਸਾਰਿਆ ਗਿਆ, ਜਿਹਨੂੰ ਅੱਜ ਕੱਲ੍ਹ ਅਸੀਂ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ। ਉਸ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਦਾ ਸੰਸਕਾਰ ਕੀਤਾ ਗਿਆ। ਕਈ ਲੋਕ ਬਾਬਾ ਦੀਪ ਸਿੰਘ ਨੂੰ ਜਾਤ ਪਾਤ ਦੇ ਨਾਲ ਵੀ ਜੋੜਦੇ ਨੇ। ਨਹੀਂ, ਮਹਾਂਪੁਰਖਾਂ ਦੀ, ਸੰਤਾਂ ਦੀ, ਬ੍ਰਹਮ ਗਿਆਨੀਆਂ ਦੀ ਕੋਈ ਜਾਤ ਨਹੀਂ ਹੁੰਦੀ। ਜੈ ਕੁਲ ਸਾਧ ਬੈਸਨੂ ਹੋਏ, ਬਾਣੀ ਕਹਿੰਦੀ ਹੈ। ਜਿਸ ਕੁਲ ਦੇ ਅੰਦਰ ਕੋਈ ਸਾਧੂ ਪੈਦਾ ਹੋ ਗਿਆ, ਜੈ ਕੁਲ ਸਾਧ ਬੈਸਨੂ ਹੋਏ, ਬਰਨ ਅਬਰਨ ਰੰਕ ਨਹੀਂ ਈਸਰ। ਬਰਨ ਅਬਰਨ ਸਾਧੂ ਹੋ ਗਿਆ, ਜੈ ਕੁਲ ਸਾਧ ਬੈਸਨੂ ਹੋਏ, ਬਰਨ ਅਬਰਨ ਰੰਕ ਨਹੀਂ ਈਸਰ। ਇਹ ਨਾ ਵੇਖੋ ਵੀ ਉਹ ਗਰੀਬ ਘਰ ਵਿੱਚ ਜੰਮਿਆ, ਇਹ ਨਾ ਵੇਖੋ ਬਾਣੀ ਕਹਿੰਦੀ ਅਮੀਰ ਘਰ ਵਿੱਚ ਜੰਮਿਆ, ਉੱਚੀ ਕੁਲ ਜੰਮਿਆ, ਨੀਵੀਂ ਕੁਲ ਜੰਮਿਆ, ਇਹ ਨਹੀਂ ਹੈ। ਬਰਨ ਅਬਰਨ ਰੰਕ ਨਹੀਂ ਈਸਰ। ਉਹ ਰੰਕ ਸੀ, ਉਹ ਅਮੀਰ ਸੀ, ਉਹ ਨੀਚ ਜਾਤ ਸੀ ਜਾਂ ਉੱਚੀ ਜਾਤ ਸੀ, ਇਹ ਨਹੀਂ ਵੇਖਣਾ। ਜੈ ਕੁਲ ਸਾਧ ਬੈਸਨੂ ਹੋਏ, ਬਰਨ ਅਬਰਨ ਰੰਕ ਨਹੀਂ ਈਸਰ। ਬਿੰਬਲ ਬਾਸ ਜਾਨੀਏ ਜਗ ਸੋਏ। ਕਿਉਂਕਿ ਭਗਤ ਦਾ ਦਰਜਾ ਬੜਾ ਵੱਡਾ ਹੈ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਹੀਂ ਕੋਈ। ਤਾਈਓ ਤੇ ਗੁਰੂ ਅਰਜਨ ਦੇਵ ਨੇ ਕਬੀਰ ਜਲਾਇਆ ਵਾ, ਰਵਿਦਾਸ ਜੀ ਚਮਿਆਰ ਨੇ ਸ਼ੈਣ ਨਾਈ ਆ। ਹਾਂਜੀ, ਪਰ ਸਾਰੀਆਂ ਜਾਤਾਂ ਨੂੰ ਇਕੱਠਿਆਂ ਕਰ ਦਿੱਤਾ, ਕਿਉਂਕਿ ਸੰਤਾਂ ਦੀ, ਮਹਾਂਪੁਰਖਾਂ ਦੀ ਕੋਈ ਜਾਤ ਨਹੀਂ ਹੁੰਦੀ। ਤੇ ਇੱਥੋਂ ਤੱਕ ਵੀ ਬਾਣੀ ਨੇ ਲਿਖਿਆ ਕਿ ਧਨ ਸੋ ਗਾਓ, ਧਨ ਸੋ ਠਾਓ। ਉਹ ਪਿੰਡ ਮਹਾਨ, ਉਹ ਜਗ੍ਹਾ ਮਹਾਨ। ਧਨ ਸੋ ਗਾਓ, ਧਨ ਸੋ ਠਾਓ।
ਧਨ ਪਨੀਤ ਕੁਟੰਬ ਸਭ ਲੋਏ। ਜਿਨ ਪੀਆ ਸਾਰ ਰਸ ਤਜੇ ਅਨ ਰਸ, ਹੋਏ ਰਸ ਮਗਨ ਡਾਰੇ ਬਿਖ ਖੋਏ। ਆਪ ਤਾਰ ਤਾਰੇ ਕੁਲ ਦੋਏ, ਹੋਏ ਪਨੀਤ ਭਗਵੰਤ ਭਜਨ ਤੇ। ਉਹ ਪਨੀਤ ਹੋ ਗਏ ਨੇ, ਉਹ ਛੋਟੇ ਉੱਚੇ ਨਹੀਂ ਰਹੇ, ਉਹ ਪਨੀਤ ਹੋ ਗਏ ਨੇ, ਉਹ ਰੱਬ ਦਾ ਰੂਪ ਹੋ ਗਏ ਨੇ। ਤੇ ਰੱਬ ਦੀ ਕੋਈ ਜਾਤ ਨਹੀਂ ਹੈ। ਹਮਰੀ ਜਾਤ ਪਾਤ ਗੁਰ ਸਤਗੁਰ, ਹਮ ਵੇਚਿਓ ਸਿਰ ਗੁਰ ਪੈ। ਗੁਰੂ ਦੀ ਕੋਈ ਜਾਤ ਨਹੀਂ ਹੈ, ਸਿੱਖ ਦੀ ਵੀ ਕੋਈ ਜਾਤ ਨਹੀਂ ਹੈ। ਆ ਬਾਬਾ ਜੀਵਨ ਸਿੰਘ ਨੂੰ ਅਜੇ ਲੋਕੀ ਰੰਗਰੇਟਾ ਹੀ ਕਹੀ ਜਾਂਦੇ ਨੇ। ਜੇ ਉਹ ਗੁਰੂ ਦਾ ਬੇਟਾ ਤੇ ਉਹ ਰੰਗਰੇਟਾ ਕਿਵੇਂ ਹੈ? ਗੁਰੂ ਦਾ ਪੁੱਤ ਰੰਗਰੇਟਾ ਨਹੀਂ ਹੋ ਸਕਦਾ। ਜਿਹੜਾ ਰੰਗਰੇਟਾ ਉਹ ਗੁਰੂ ਦਾ ਪੁੱਤ ਨਹੀਂ ਹੋ ਸਕਦਾ। ਅਜੇ ਬਾਬਾ ਜੀਵਨ ਸਿੰਘ ਲੋਕੀ ਰੰਗਰੇਟਾ ਹੀ ਕਹੀ ਜਾਂਦੇ ਨੇ। ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੋਵੇ, ਉਹ ਰੰਗਰੇਟਾ ਹੋਵੇ, ਕਿੱਦਾਂ ਹੋ ਸਕਦਾ ਹੈ? ਪਰ ਬੜਾ ਫਖਰ ਮਹਿਸੂਸ ਕਰਦੇ, ਰੰਗਰੇਟਾ, ਅਸੀਂ ਰੰਗਰੇਟੇ। ਫਿਰ ਤੁਸੀਂ ਗੁਰੂ ਕੇ ਬੇਟੇ ਨਹੀਂ। ਗੁਰੂ ਕਲਗੀਧਰ ਨੇ ਕਿਹਾ ਸੀ ਤੂੰ ਰੰਗਰੇਟਾ ਨਹੀਂ, ਤੂੰ ਤੇ ਗੁਰੂ ਕਾ ਬੇਟਾ ਹੈ। ਗੁਰੂ ਦੇ ਕੋਲ ਆਉਣ ਤੋਂ ਪਹਿਲਾਂ ਕੋਈ ਰੰਗਰੇਟਾ ਹੋ ਸਕਦਾ ਹੈ। ਗੁਰੂ ਦੇ ਆਉਣ ਤੋਂ ਪਹਿਲਾਂ ਕਿਸੇ ਦੀ ਜਾਤ ਹੋ ਸਕਦੀ, ਪਾਤ ਹੋ ਸਕਦੀ ਹੈ, ਕੋਈ ਕੁੱਲ ਹੋ ਸਕਦੀ ਹੈ। ਜਦੋਂ ਗੁਰੂ ਕੋ ਆ ਗਿਆ ਤੇ ਗੁਰੂ ਨੇ ਤੇ ਇੱਕ ਬਾਟੇ ਦੇ ਨਾਲ ਮੂੰਹ ਲਾ ਦਿੱਤਾ। ਜਦੋਂ ਇੱਕ ਬਾਟੇ ਨਾਲ ਮੂੰਹ ਲੱਗ ਗਿਆ, ਜਾਤਾਂ ਪਾਤਾਂ ਤੇ ਸਾਰੀਆਂ ਖਤਮ ਹੋ ਗਈਆਂ। ਤੇ ਤੁਸੀਂ 300 ਸਾਲ ਤੋਂ ਅਜੇ ਬਾਬਾ ਜੀਵਨ ਸਿੰਘ ਰੰਗਰੇਟਾ ਹੀ ਕਹੀ ਜਾਂਦੇ। ਰੰਗਰੇਟਾ ਤੇ ਨਖਿੱਧ ਜਾਤ ਹੁੰਦੀ ਤੇ ਤੁਸੀਂ ਬਾਬਾ ਜੀਵਨ ਸਿੰਘ ਦੀ ਜਾਤ ਪਾਤ ਕੋਈ ਨਹੀਂ ਹੈ। ਹੁਣ ਜਾਤ ਪਾਤ 'ਚ ਨਹੀਂ ਰਹਿਣਾ ਅਸੀਂ। ਉਹ ਗੁਰੂ ਕਾ, ਜਿਹੜਾ ਗੁਰੂ ਕਾ ਹੋ ਗਿਆ ਉਹਦੀ ਜਾਤ ਨਹੀਂ ਹੈ। ਜਿਹੜਾ ਗੁਰੂ ਕਾ ਨਹੀਂ ਹੋਇਆ ਉਹਦੀ ਜਾਤ ਹੈਗੀ ਹੈ। ਉਹਨੂੰ ਜਾਤ ਪਾਤ 'ਚ ਮਿਲਾ ਸਕਦੇ ਆ। ਜਿਹੜਾ ਗੁਰੂ ਕਾ ਖਾਲਸਾ ਹੀ ਹੋ ਗਿਆ ਉਹਦੀ ਜਾਤ ਪਾਤ ਕਿੱਥੇ ਗਈ? ਤੇ ਮਹਾਰਾਜ ਕਿਰਪਾ ਕਰਨ। ਧੰਨ ਬਾਬਾ ਦੀਪ ਸਿੰਘ ਜਿਨ੍ਹਾਂ ਦੀ ਧਰਤੀ ਉੱਤੇ ਜੈ ਜੈਕਾਰ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਉਹ ਗੁਰੂ ਕਰਾ ਰਿਹਾ। ਉਹ ਗੁਰੂ ਨੂੰ ਸਮਰਪਿਤ ਹੋ ਗਏ, ਗੁਰੂ ਦਾ ਰੂਪ ਹੋ ਗਏ। ਖਾਲਸੋ ਮੇਰੂ ਰੂਪ ਹੈ ਖਾਸ, ਖਾਸੇ ਮੈਂ ਹੋ ਕਰੋ ਨਿਵਾਸ। ਇਹ ਹੈ ਭਾਈ ਗੁਰੂ ਕੇ ਚਰਨਾਂ ਨੂੰ ਸਮਰਪਿਤ ਹੋਣ ਦੀ ਵੱਡੀ ਵਡਿਆਈ। ਗੁਰੂ ਵੱਡੀ ਵਡਿਆਈ ਬਖਸ਼ਦਾ ਸਿੱਖਾਂ ਨੂੰ। ਬਾਬਾ ਬੁੱਢਾ ਸਿੰਘ ਨੂੰ ਬਖਸ਼ੀ, ਭਾਈ ਬਹਿਲੋ ਸਭ ਤੋਂ ਪਹਿਲੋਂ। ਹਾਂਜੀ, ਜਿਨ੍ਹਾਂ ਨੇ ਗੁਰੂ ਕੀ ਸੇਵਾ ਕੀਤੀ। ਕਥਾ ਕੀਰਤਨ ਨਹੀਂ ਕਰ, ਮੈਂ ਫੇਰ ਕਹਿ ਦਿਆਂ, ਕਥਾ ਵਾਲਾ ਕੋਈ ਮਹਾਨ ਨਹੀਂ ਹੁੰਦਾ, ਕੀਰਤਨ ਵਾਲਾ ਕੋਈ ਮਹਾਨ ਨਹੀਂ ਹੁੰਦਾ। ਮਹਾਨ ਉਹ ਹੁੰਦਾ ਜਿਹੜਾ ਗੁਰੂ ਨੂੰ ਸਮਰਪਿਤ ਹੋ ਜੇ ਤੇ ਗੁਰੂ ਦੀ ਸੇਵਾ 'ਚ ਲੱਗ ਜਾਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਜਿਸ ਤਰ੍ਹਾਂ ਕਿਸੇ ਨੇ ਕਿਹਾ ਹੈ ਨਾ ਕਿ ਆंसू किसी के पूंजे नहीं, भला किसी का किया नहीं, एक केवल श्वास पूरे किए है, जीवन जिया नहीं है। ਕਿਸੇ ਰੋਂਦੇ ਨੂੰ ਕਦੀ ਕਿਸੇ ਨੂੰ ਚੁੱਪ ਨਹੀਂ ਕਰਾਇਆ। ਰਵਾਇਆ ਤਾਂ ਹੋ ਸਕਦਾ ਹੈ। आंसू किसी के पूंजे नहीं, भला किसी का किया नहीं, ये केवल श्वास पूरे किए है, जीवन जिया नहीं है। ये कोई जीवन थोड़ा है। गुरु तो बिना कोई जीवन थोड़ा ਹੁੰਦਾ। ਇਹ ਕੇਵਲ ਸਾਹ ਪੂਰੇ ਕਰ ਰਹੇ ਧਰਤੀ ਤੇ ਬੈਠ ਕੇ, ਮਰਦਿਆਂ ਜੀਂਦਿਆਂ ਸਾਹ ਪੂਰੇ ਕਰਕੇ ਧਰਤੀ ਤੋਂ ਤੁਰ ਜਾਣਾ ਹੈ। ਤੇ ਜਿਨ੍ਹਾਂ ਨੇ ਗੁਰੂ ਨੂੰ ਸਮਰਪਿਤ ਹੋਏ, ਧੰਨ 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 ਜਨ ਆਇਆ, ਜਿਸ ਪ੍ਰਸਾਰ ਸਭ ਜਗਤ ਤਰਾਇਆ। ਜਨ ਆਮਣ ਕਾ ਇਹ ਸੁਭਾਉ, ਜਨ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ। ਉਹਨਾਂ ਦੇ ਕੋਲ ਨਾਮ ਦਾ ਧਨ ਹੁੰਦਾ ਸੀ। ਇਹ ਅੱਜ ਕੱਲ੍ਹ ਦੇ ਸੰਤਾਂ ਵਾਂਗੂ ਜਗੀਰਾਂ ਨਹੀਂ ਸੀ ਹੁੰਦੀਆਂ, ਜਾਇਦਾਦਾਂ ਨਹੀਂ ਸੀ ਹੁੰਦੀਆਂ, ਬੰਦੂਕਾਂ ਨਹੀਂ ਸੀ ਹੁੰਦੀਆਂ ਸੰਤਾਂ ਦੇ ਡੇਰਿਆਂ ਤੇ। ਇਹ ਬਦਮਾਸ਼ੀ ਦੇ ਅੱਡੇ ਬਣੇ ਹੋਏ ਨੇ, ਇਹ ਠੱਗੀ ਦੇ ਅੱਡੇ ਬਣੇ ਹੋਏ ਨੇ। ਨਹੀਂ ਨਹੀਂ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ। ਪ੍ਰਮਾਣ ਗਣੀ ਸਈ ਇਹ ਆਏ, ਸਫਲ ਤਿਨਾ ਕੇ ਕੰਮ। ਮੇਰੇ ਰਾਮ ਹਰ ਜਨ ਕੇ ਹੋਂ ਬਲ ਜਾਈ, ਮੈਂ ਰੱਬ ਦੇ ਪਿਆਰਿਆਂ ਤੋਂ ਸਦਕੇ ਜਾਣਾ ਹੈ। ਕੇਸਾਂ ਕਾ ਕਰ ਚਵਰ ਟੁਲਾਈ,
तर चरण तूड़ मुख लाई। जन्म मरण दोहू में नाई, जन पर उपकारी आए। जी दान दे भगति लायन, हर स्यों लैण मिलाए। ਉਹ ਲੋਕਾਂ ਨੂੰ ਜੀ ਦਾਨ ਦਿੰਦੇ ਨੇ। ਤੇ ਜੀਵਨ ਦਾਨ ਕੀ ਰੱਬ ਦੇ ਨਾਲ ਜੋੜ ਦੇਣਾ, ਇਹ ਜੀਵਨ ਦਾਨ ਹੈ। ਪਹਿਲਾਂ ਗੁਰੂ ਨੇ ਜੀਵਨ ਦਾਨ ਉਹਨਾਂ ਨੂੰ ਦਿੱਤਾ, ਫਿਰ ਗਾਂ ਉਹਨਾਂ ਨੇ ਸੰਸਾਰ ਨੂੰ ਜੀਵਨ ਦਾਨ ਦਿੱਤਾ। ਜਨ ਪਰ ਜੀ ਦਾਨ ਦੇ ਭਗਤੀ ਲਾਇਨ, ਹਰ ਸੋ ਲੈਣ ਮਨਾਏ। ਤੁਮਾਰ ਕਿਰਪਾ ਕਰਨ। ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਸੰਗਤਾਂ ਨੇ ਮਨਾਇਆ, ਤੇ ਆਪਾਂ ਵੀ ਉਹਨਾਂ ਦੇ ਜੀਵਨ ਤੇ ਥੋੜ੍ਹੇ ਵਿਚਾਰ ਕੀਤੀ। ਸਾਹਿਬ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।